ਪੰਜਾਬ ਸਰਕਾਰ ਦੀ ਜਿਹੜੀ ਨਵੀਂ ਆਬਕਾਰੀ ਨੀਤੀ ਆਈ ਹੈ, ਜਿਹਦੇ ਤਹਿਤ ਸ਼ਰਾਬ ਦੇ ਰੇਟ ਜਿਹੜੇ ਨੇ ਤਕਰੀਬਨ ਅੱਧੋ ਅੱਧ ਕਰ ਦਿੱਤੇ ਗਏ ਨੇ, ਭਾਵੇਂ ਉਹ ਦੇਸੀ ਹੋਵੇ ਤੇ ਭਾਵੇਂ ਉਹ ਅੰਗਰੇਜ਼ੀ ਦੀ ਸ਼ਰਾਬ ਹੋਵੇ। ਔਰ ਇਸ ਨੀਤੀ ਦੇ ਤਹਿਤ ਜਿਹੜੇ ਤਾਂ ਚਲੋ ਸ਼ਰਾਬ ਪੀਣ ਵਾਲੇ ਨੇ ਉਹਨਾਂ ਦੇ ਵਿੱਚ ਤਾਂ ਬਹੁਤ ਖੁਸ਼ੀ ਦੀ ਲਹਿਰ ਹੋ ਸਕਦੀ ਹੈ ਵੀ ਸ਼ਰਾਬ ਸਸਤੀ ਮਿਲੇਗੀ, ਲੇਕਿਨ ਜਿਹੜੇ ਸਮਾਜ ਸੇਵੀ ਨੇ ਵੱਖ-ਵੱਖ ਤਰੀਕੇ ਨਾਲ ਪਾਲਿਸੀਆਂ ਘੜਦੇ ਨੇ, ਜਾਂ ਜਿਹੜੇ ਲੋਕਾਂ ਦੀ ਚੰਗੀ ਸੋਚ ਵੀ ਰੱਖਦੇ ਹੋਣਗੇ, ਸਮਾਜ ਸੇਵੀ ਲੋਕ, ਧਾਰਮਿਕ ਲੋਕ ਜਾਂ ਕੋਈ ਚੰਗੇ ਰਾਜਨੀਤਿਕ ਲੋਕ ਵੀ ਹੋਣਗੇ, ਉਹਨਾਂ ਦੇ ਮਨਾਂ ਦੇ ਵਿੱਚ ਇੱਕ ਚਿੰਤਾ, ਡਰ ਵੀ ਹੈਗਾ ਕਿ ਹੁਣ ਜੇ ਸ਼ਰਾਬ ਸਸਤੀ ਹੋ ਗਈ ਤਾਂ ਇਹਦੇ ਨਾਲ ਜਿਹੜਾ ਸ਼ਰਾਬ ਦੀ ਵਿਕਰੀ ਤਾਂ ਚਲੋ ਵਧੇਗੀ, ਜਿਸ ਕਰਕੇ ਪੰਜਾਬ ਸਰਕਾਰ ਨੇ ਸਸਤਾ ਕੀਤਾ। ਜਦੋਂ ਸ਼ਰਾਬ ਵਧੇਗੀ ਲੋਕਾਂ ਦੀ ਸਿਹਤ ਦੇ ਉੱਪਰ ਮਾੜਾ ਅਸਰ ਪਏਗਾ, ਕਿਉਂਕਿ ਸ਼ਰਾਬ ਜਿਹੜੀ ਹੈ ਸਿੱਧਾ ਲੀਵਰ ਦੇ ਉੱਪਰ ਇਫੈਕਟ ਕਰਦੀ ਹੈ। ਔਰ ਇੱਕ ਮੈਂ ਬੜੇ ਵੱਡੇ ਨਿਊਰੋਲੋਜਿਸਟ ਹੋਏ ਨੇ ਡਾਕਟਰ ਡੈਨੀਅਲ ਐਮਿਨ, ਉਹਨਾਂ ਦੀ ਬੁੱਕ ਦੇ ਵਿੱਚ ਵੀ ਪੜ੍ਹਿਆ ਸੀ ਕਿ ਸ਼ਰਾਬ ਦਾ ਇੱਕ ਪੈਗ ਵੀ ਜਿਹੜਾ ਆ ਨਾ 30 ml ਦਾ ਵੀ, ਉਹ 1 ਲੱਖ ਸੈੱਲ ਜਿਹੜੇ ਦਿਮਾਗ ਦੇ ਮੈਮਰੀ ਦੇ ਸੈੱਲ ਜਿਹੜੇ ਯਾਦਦਾਸ਼ਤ ਜਿਹੜੀ ਆਪਾਂ ਰੱਖਦੇ ਹਾਂ, ਯਾਦ ਕਰਨ ਦੀ ਸ਼ਮਤਾ ਜਿਹੜੀ ਆ, ਉਹਦੇ 1 ਲੱਖ ਸੈੱਲ ਜਿਹੜੇ ਆ ਸ਼ਰਾਬ ਦਾ ਇੱਕ ਪੈਗ ਵੀ ਖ਼ਤਮ ਕਰ ਦਿੰਦਾ ਆ। ਸੋ ਇੰਨਾ ਮਾਰੂ ਪ੍ਰਭਾਵ ਜਿਹੜਾ ਆ, ਚਾਹੇ ਵੱਡੇ ਡਾਕਟਰ ਵੀ ਹੁਣ ਉਹਨਾਂ ਵੱਲੋਂ ਵੀ ਕਿਹਾ ਜਾਂਦਾ, ਤੇ ਲੇਕਿਨ ਜਿਹੜੇ ਕੁਛ ਹੁਣ ਘਰਾਂ ਦੇ ਵਿੱਚ ਵੀ ਇਹਦਾ ਇੱਕ ਦੂਸਰਾ ਕਾਰਨ ਇਹ ਵੀ ਹੈ ਕਿ ਜੇ ਲੋਕ ਵੱਧ ਸ਼ਰਾਬ ਪੀਣਗੇ ਤਾਂ ਉਹਦੇ ਨਾਲ ਘਰਾਂ ਦੇ ਵਿੱਚ ਕਲੇਸ਼ ਵੀ ਹੋਏਗਾ, ਪਰਿਵਾਰ ਵੀ ਟੁੱਟਣਗੇ, ਬੱਚਿਆਂ ਦੀ ਪੜ੍ਹਾਈ ਦੇ ਉੱਪਰ, ਬੱਚਿਆਂ ਦੇ ਭਵਿੱਖ ਦੇ ਉੱਪਰ, ਜਾਂ ਬੱਚਿਆਂ ਦੇ ਸੁਭਾਅ ਦੇ ਉੱਪਰ ਵੀ ਮਾੜਾ ਅਸਰ ਪਏਗਾ, ਕਿਉਂਕਿ ਜਿਨ੍ਹਾਂ ਘਰਾਂ ਦੇ ਵਿੱਚ ਲੜਾਈ ਝਗੜਾ ਵਧੇਗਾ ਉੱਥੇ ਬੱਚਿਆਂ ਦੇ ਉੱਪਰ ਵੀ ਉਹੋ ਜਿਹਾ ਅਸਰ ਪਏਗਾ। ਸੋ ਇਹ ਸਾਰੀਆਂ ਚੀਜ਼ਾਂ ਨੇ, ਲੇਕਿਨ ਇਹਦੇ ਨਾਲ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਗੱਲ ਕਰਾਂਗੇ। ਅਤੇ ਗੱਲਬਾਤ ਕਰਨ ਲਈ ਸਾਡੇ ਨਾਲ ਬਲਜੀਤ ਸਿੰਘ ਭੁੱਟਾ ਨੇ, ਜੋ ਸਮਾਜ ਸੇਵੀ ਨੇ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਵੀ ਰਹਿ ਚੁੱਕੇ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਭੁੱਟਾ ਸਾਹਿਬ, ਤੁਸੀਂ ਜਿਹੜੀ ਨਵੀਂ ਆਬਕਾਰੀ ਨੀਤੀ ਆਈ ਹੈ ਪੰਜਾਬ ਸਰਕਾਰ ਦੀ, ਇਹਦੇ ਬਾਰੇ ਤੁਹਾਡਾ ਪਹਿਲਾ ਕਮੈਂਟ ਕੀ ਹੈ, ਵੀ ਤੁਸੀਂ ਕਿੰਨਾ ਕੁ ਸਹਿਮਤ ਹੋ ਇਹਦੇ ਨਾਲ? ਬਾਕੀ ਗੱਲ ਆਪਾਂ ਬਾਅਦ 'ਚੋਂ ਕਰਦੇ ਹਾਂ। ਦੇਖੋ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਸ ਵਿਸ਼ੇ ਦੇ ਉੱਤੇ ਚਰਚਾ ਕਰ ਰਹੇ ਹੋ, ਲੋਕਾਂ ਤੱਕ ਇਹ ਗੱਲ ਜਿਹੜੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਕੀ ਚੰਗਾ ਕੀ ਮਾੜਾ। ਪਰ ਜਿਹੜੀ ਗੱਲ ਤੁਸੀਂ ਪਹਿਲੀ ਕੀਤੀ ਹੈ ਵੀ ਇਹ ਆਬਕਾਰੀ ਨੀਤੀ ਹੈ ਜਿਹੜੀ, ਇਹ ਬੜੀ ਆਬਕਾਰੀ ਨੀਤੀ ਅੱਜ ਦੇ ਹਰ ਜਿਹੜਾ ਪੰਜਾਬ ਦਾ ਨਿਵਾਸੀ ਹੈ ਉਹ ਇਸ ਗੱਲੋਂ, ਇਸ ਪੱਖੋਂ ਚਿੰਤਤ ਹੈ ਵੀ ਜਿਹੜੀ ਇਹ ਆਬਕਾਰੀ ਨੀਤੀ ਇਸ ਤਰੀਕੇ ਦੀ ਬਣਾਈ ਹੈ, ਜਿਹਦੀ ਕੋਈ ਆਸ ਉਮੀਦ ਵੀ ਨਹੀਂ ਸੀਗੀ, ਜਿਹੜੀਆਂ ਕਿਉਂਕਿ ਸਰਕਾਰ ਲੋਕਾਂ ਨੇ ਚੁਣੀ, ਬੜੀਆਂ ਆਸਾਂ ਉਮੀਦਾਂ ਨਾਲ ਚੁਣੀ ਵੀ ਚੰਗੀ ਸਰਕਾਰ ਬਣੂਗੀ, ਹਰ ਪੱਖ ਤੋਂ ਸਾਨੂੰ ਚੰਗੀਆਂ ਸਹੂਲਤਾਂ ਮਿਲਣਗੀਆਂ। ਪਰ ਸਰਕਾਰ, ਦੇਖੋ ਤੁਸੀਂ, ਐਸੀ ਸੋਚ ਸਰਕਾਰ ਦੀ ਹੋਵੇ, ਸਰਕਾਰ ਦੇ ਨੀਤੀ ਘੜਾਂ ਦੀ ਐਸੀ ਸੋਚ ਹੋਵੇ ਕਿ ਜਿਹੜੇ ਲੋਕ ਸਾਨੂੰ ਸਸਤੀ ਸ਼ਰਾਬ ਕਰਕੇ, ਸ਼ਰਾਬ ਦੀ ਬੋਤਲ 'ਚ ਪੰਜਾਬ ਦੇ ਲੋਕਾਂ ਨੂੰ ਡੋਬਣਾ ਚਾਹੁੰਦੇ ਨੇ, ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਰੱਖਣਾ ਚਾਹੁੰਦੇ ਨੇ, ਔਰ ਲੋਕ ਜਿਹੜੀ ਸ਼ਰਾਬ ਪੀ ਕੇ, ਜਿਵੇਂ ਤੁਸੀਂ ਗੱਲ ਕੀਤੀ ਹੈ ਸਾਰੀ ਵਿਸਥਾਰਪੂਰਵਕ, ਤੁਸੀਂ ਸਾਰੀਆਂ ਗੱਲਾਂ ਮੋਟੀਆਂ ਗੱਲਾਂ 'ਤੇ ਚਾਨਣਾ ਪਾਇਆ। ਅੱਜ ਜਿਹੜੀ ਸ਼ਰਾਬ ਦੀ ਨੀਤੀ ਹੈ ਉਹ ਕੇਵਲ ਅਤੇ ਕੇਵਲ ਜਿਹੜੇ ਵੱਡੇ ਵਪਾਰੀ ਨੇ, ਜਿਨ੍ਹਾਂ ਨੇ ਸਾਡੀ ਕਿਸਾਨਾਂ ਦੀ, ਵਪਾਰੀ ਦੀ, ਦੁਕਾਨਦਾਰ ਦੀ ਲੜਾਈ ਚੱਲ ਰਹੀ ਆ ਪੂਰੇ ਇੰਡੀਆ ਦੇ ਵਿੱਚ, ਵੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਵੱਡੇ ਵਪਾਰੀਆਂ ਨੂੰ ਬੜਾਵਾ ਦੇ ਰਹੀ ਹੈ, ਪੂੰਜੀਪਤੀਆਂ ਕੋਲ ਪੈਸਾ ਜਾ ਰਿਹਾ, ਪੂੰਜੀਪਤੀਆਂ ਕੋਲ ਕਾਰੋਬਾਰ ਜਾ ਰਿਹਾ। ਅੱਜ ਉਸੀ ਨੀਤੀ ਦੇ ਉੱਤੇ ਜਿਹੜੀ ਪੰਜਾਬ ਸਰਕਾਰ ਨੇ ਆਪਣੀ ਨੀਤੀ ਬਣਾਈ ਹੈ, ਜਿਹਦੀ ਕਿ ਆਮ ਲੋਕ ਜਿਹਦੇ ਵਿੱਚ ਆਏ ਨਹੀਂ ਸਕਦੇ, ਜਿਨ੍ਹਾਂ ਦੀ ਕਰੋੜਾਂ ਰੁਪਏ ਦੀ ਰਿਟਰਨ ਹੈ, ਉਹ ਲੋਕ ਹੀ ਇਸ ਨੀਤੀ ਦੇ ਵਿੱਚ ਐਂਟਰੀ ਕਰ ਸਕਦੇ ਨੇ। ਜਿਵੇਂ ਅੱਗੇ 8 ਠੇਕਿਆਂ ਦਾ ਜਿਹੜਾ ਇੱਕ ਗਰੁੱਪ ਬਣਾਇਆ ਸੀ, ਉਹ ਸਾਰੀਆਂ ਗੱਲਾਂ ਖ਼ਤਮ ਕਰਕੇ ਕੇਵਲ 150 ਦੇ ਲਗਭਗ ਜਿਹੜੇ ਲੋਕ ਨੇ, ਉਹੀ ਲੋਕ ਜਿਹੜੇ ਲੈ ਸਕਦੇ ਨੇ, ਔਰ ਜਿਨ੍ਹਾਂ ਦੀ ਕਰੋੜਾਂ ਦੀ ਰਿਟਰਨ ਹੈ ਉਹੀ ਲੋਕ ਇਹਦੀ ਐਂਟਰੀ ਕਰ ਸਕਦੇ ਨੇ। ਫਿਰ ਇਹ ਆਮ ਲੋਕਾਂ ਦੀ ਸਰਕਾਰ ਕਿਵੇਂ ਹੋਈ ਹੈ? ਔਰ ਜਿਹੜੀ ਸ਼ਰਾਬ ਦੀ ਤੁਸੀਂ ਗੱਲ ਕੀਤੀ ਹੈ, ਸ਼ਰਾਬ ਜਿਵੇਂ ਸਸਤੀਆਂ ਦਰਾਂ ਦੇ, ਜੇ ਸ਼ਰਾਬ ਨੂੰ ਆਪਾਂ ਮੰਨ ਲਓ ਦੇਤੀ ਲੋਕਾਂ ਨੂੰ ਸ਼ਰਾਬ ਪੀਣ ਵਾਸਤੇ, ਤਾਂ ਅੱਜ ਜੇ ਤੁਸੀਂ ਪੂਰਾ ਐਨਾਲਿਸਿਸ ਕਰਦੇ ਹਾਂ ਪੰਜਾਬ ਦੇ ਨਿਵਾਸੀਆਂ ਦਾ, ਤਾਂ ਮੇਰੇ ਸੋਚ ਅਨੁਸਾਰ ਤਾਂ 70% ਲੋਕ ਤਾਂ ਸ਼ਰਾਬ ਹੀ ਨਹੀਂ ਪੀਂਦੇ। ਦੇਖੋ 50% ਤੋਂ ਪਲੱਸ ਤਾਂ ਲੇਡੀਜ਼ ਨੇ। ਲੇਡੀਜ਼ ਦੇ ਵਿੱਚ ਬਹੁਤ, ਮੈਨੂੰ ਨਹੀਂ ਲੱਗਦਾ ਕਿਤੇ ਕੋਈ ਲੇਡੀਜ਼ ਸ਼ਰਾਬ ਪੀਂਦੀ ਹੈ, ਬਹੁਤ ਘੱਟ ਚਾਂਸ ਨੇ, ਵੀ 1% ਵੀ ਨਹੀਂ ਕਹਿ ਸਕਦੇ, 0.5% ਵੀ ਨਹੀਂ ਕਹਿ ਸਕਦੇ, ਹਜ਼ਾਰਾਂ 'ਚੋਂ ਇੱਕ ਹੋ ਕੋਈ ਲੇਡੀਜ਼ ਜੇ ਪੀਂਦੀ, ਉਹ ਨਹੀਂ ਪੀਂਦੇ ਨਹੀਂ ਹੈ। ਜਿਹੜੇ ਨੌਜਵਾਨ ਨੇ ਜਾਂ ਜਿਹੜੇ ਮਰਦ ਨੇ, ਮਰਦਾਂ ਦੀ ਗਿਣਤੀ ਵੀ 50% ਤੋਂ 50% ਦੇ ਨੇੜੇ ਤੇੜੇ ਹੋਊਗੀ। ਫਿਰ ਲਗਭਗ 25%, 20% ਲੋਕ, 30% ਲੋਕ ਸ਼ਰਾਬ ਪੀਂਦੇ ਨੇ। ਅੱਜ ਉਹਨਾਂ ਲੋਕਾਂ ਨੂੰ ਲਾਹਾ ਦੇਣ ਲਈ ਮੈਂ ਸਮਝਦਾ ਇਹਦੇ ਨਾਲ ਕਲੇਸ਼ ਵੀ ਵਧੂਗਾ ਘਰਾਂ 'ਚ, ਔਰ ਐਕਸੀਡੈਂਟ, ਹਾਦਸੇ ਵੀ ਵਧਣਗੇ, ਔਰ ਲੋਕ ਜਿਹੜੇ ਆਪਣੇ ਆਪ ਪੀ ਕੇ ਸ਼ਰਾਬ ਨੂੰ, ਬਿਮਾਰੀ ਵੱਲ ਨੂੰ ਵੀ ਵਧਣਗੇ, ਰੋਗੀ ਵੀ ਹੋਣਗੇ। ਔਰ ਜਿਹੜਾ ਬੰਦਾ ਫਿਜ਼ੀਕਲੀ ਫਿੱਟ ਰਹਿੰਦਾ, ਜਿਵੇਂ ਉਹ ਜ਼ਿਆਦਾ ਨਸ਼ੇ 'ਚ ਰਹਿ ਕੇ ਕੋਈ ਨਾ ਕੋਈ ਹੋਰ ਵੱਡੀ ਗਲਤੀ ਵੀ ਕਰ ਸਕਦਾ।
ਸੋ ਇਹ ਜਿਹੜੀ ਕੁੱਲ ਮਿਲਾ ਕੇ ਨੀਤੀ ਹੈ ਪੰਜਾਬ ਦੇ ਪੱਖ 'ਚ ਨਹੀਂ, ਇਹ ਵੱਡੇ ਜਿਹੜੇ ਲੋਕ ਨੇ, ਵਪਾਰੀ ਜਾਂ ਪੂੰਜੀਪਤੀ ਲੋਕ ਨੇ, ਉਹਨਾਂ ਨੂੰ ਬੜਾਵਾ ਦੇਣ ਵਾਸਤੇ ਇਹ ਨੀਤੀ ਬਣਾਈ ਗਈ ਹੈ, ਬਲਕਿ ਆਮ ਲੋਕਾਂ ਦੇ ਹੱਥਾਂ 'ਚ ਬਿਲਕੁਲ ਗੇਮ ਨਿਕਲ ਜਾਣੀ ਹੈ। ਮੈਂ ਇੱਕ ਸਵਾਲ ਕਰਦਾ ਕਿ ਮੰਨ ਲਓ ਸਰਕਾਰ ਨੇ ਇੱਕ, ਚਲੋ ਜਿਵੇਂ ਤੁਸੀਂ ਕਿਹਾ ਕਿ 25% ਲੋਕ ਸ਼ਰਾਬ ਪੀਂਦੇ ਹੋਣਗੇ, 25-30%, ਜਿੰਨੇ ਵੀ ਆਪਾਂ ਕੋਈ ਦਾਅਵਾ ਨਹੀਂ ਕਰ ਰਹੇ ਇਸ ਕਿਸਮ ਦੇ ਆંકੜੇ ਦੇ ਵਿੱਚ, ਤਾਂ ਉਹਨਾਂ ਨੂੰ ਖੁਸ਼ ਕਰਨ ਲਈ ਇੱਕ ਨੀਤੀ ਬਣਾਈ ਗਈ ਅਤੇ ਇਹਦੇ ਨਾਲ ਨੁਕਸਾਨ ਕਾਫੀ ਹੋਣਗੇ। ਲੇਕਿਨ ਹੁਣ ਸਰਕਾਰ ਨੇ ਇੱਕ ਘੱਟ ਗਿਣਤੀ ਨੂੰ ਤਾਂ ਖੁਸ਼ ਕਰ ਲਿਆ, ਜਿਹੜੀ ਬਹੁ ਗਿਣਤੀ ਆ ਉਹਨਾਂ ਦੀ ਡਿਮਾਂਡ ਕੀ ਹੋ ਸਕਦੀ, ਉਹਨਾਂ ਨੂੰ ਸਰਕਾਰ ਕਿਵੇਂ ਖੁਸ਼ ਕਰੇ, ਉਹਨਾਂ ਵਾਸਤੇ ਕੀ ਸਰਕਾਰ ਨੂੰ ਕਰਨਾ ਚਾਹੀਦਾ? ਦੇਖੋ, ਪਹਿਲੀ ਗੱਲ ਤਾਂ ਮੈਂ ਇਸ ਗੱਲ ਨਾਲੇ ਸਹਿਮਤ ਨਹੀਂ ਵੀ ਸ਼ਰਾਬ ਸਸਤੀ ਕਰਕੇ ਮਾਲੀਆ ਇਕੱਠਾ ਕਰਨਾ ਸਰਕਾਰ ਦੀ ਇਹ ਸੋਚ ਹੋਵੇ। ਸਾਡੇ 117 ਜਿਹੜੇ ਵਿਧਾਨਕਾਰ ਚੁਣ ਕੇ ਗਏ ਨੇ, ਉਹਨਾਂ ਦੀ ਸੋਚ ਤਾਂ ਪੰਜਾਬ ਦੇ ਲੋਕਾਂ ਪ੍ਰਤੀ, ਪੰਜਾਬ ਪ੍ਰਤੀ ਬਹੁਤ ਚੰਗੀ ਹੋਣੀ ਚਾਹੀਦੀ ਆ। ਇਹ ਸੋਚ ਨਹੀਂ ਹੋਣੀ ਚਾਹੀਦੀ ਲੋਕਾਂ ਨੂੰ ਸਸਤਾ ਨਸ਼ਾ ਕਰਕੇ ਦੇਣਾ। ਅੱਜ ਦੇਖੋ ਤੁਸੀਂ, ਜਿਹੜਾ ਆਗੂ ਕਿਸੇ ਟਾਈਮ ਉਹਦੇ 'ਤੇ ਉਂਗਲੀ ਉੱਠਦੀ ਸੀਗੀ ਵੀ ਇਹ ਸ਼ਰਾਬ ਪੀ ਰਿਹਾ ਜੀ, ਇਹ ਸ਼ਰਾਬ ਪੀ ਕੇ ਸਟੇਜਾਂ 'ਤੇ ਚੜ੍ਹਦਾ, ਅੱਜ ਉਹੀ ਜਿਹੜੀਆਂ ਉਂਗਲੀਆਂ ਉੱਠਦੀਆਂ ਲੋਕਾਂ ਨੇ ਉਹਦੇ 'ਤੇ ਸਵਾਲ ਕੀਤੇ ਔਰ ਉਹਨੇ ਛੱਡੀ ਵੀ ਆਪਣੇ ਤੌਰ 'ਤੇ ਉਹ ਕਹਿੰਦਾ ਵੀ ਮੈਂ ਛੱਡਤੀ ਸ਼ਰਾਬ, ਪਰ ਅੱਜ ਉਹ ਪੰਜਾਬ ਦੇ ਲੋਕਾਂ ਨੂੰ ਸ਼ਰਾਬ ਦੇ ਵਿੱਚ ਡੋਬਣਾ ਚਾਹੁੰਦੇ ਨੇ। ਮੈਂ ਸਮਝਦਾ ਇਹ ਬਹੁਤ ਮਾੜੀ ਸੋਚ ਹੈ ਵੀ ਜੇ ਕੋਈ ਕਰਨਾ ਲੋਕਾਂ ਦਾ ਭਲਾ ਤਾਂ ਚੰਗੇ ਪਾਸੇ ਨੂੰ ਸੋਚਣਾ ਚਾਹੀਦਾ। ਲੋਕਾਂ ਨੂੰ ਜਿਹੜੀ ਹੈ ਐਜੂਕੇਸ਼ਨ ਸਸਤੀ ਕਰਨੀ ਚਾਹੀਦੀ ਹੈ, ਉਹਦੇ 'ਤੇ ਕੋਈ ਜਿਹੜੀ ਹੈ ਰਿਲੀਫ ਦੇਣ ਲੋਕਾਂ ਨੂੰ, ਸਿਹਤ ਸੇਵਾਵਾਂ 'ਤੇ ਦੇਣ, ਦਵਾਈਆਂ 'ਤੇ ਦੇਣ। ਕਿੰਨੀਆਂ ਗੱਲਾਂ ਨੇ, ਬਹੁਤ ਗੱਲਾਂ ਨੇ ਜਿਹੜੀਆਂ ਦੇ ਉੱਤੇ ਸਹੂਲਤਾਂ ਅਸੀਂ ਦੇ ਸਕਦੇ ਹਾਂ। ਪਰ ਗੱਲ ਇਹ ਦੇਖੋ, ਇਹ ਤਾਂ ਹੈਗੀ ਸਾਡੀ ਗੱਲ ਸਰਕਾਰ ਦੀ, ਲਾ ਲਓ ਵੀ ਸਰਕਾਰ ਆਪਣੀ ਇਨਕਮ ਵਧਾਉਣ ਵਾਸਤੇ ਇਹ ਜਿਹੜਾ ਉਹਨਾਂ ਨੇ ਨੀਤੀ ਲਿਆਂਦੀ, ਲੋਕਾਂ ਨੂੰ ਸਹੂਲਤਾਂ ਵਾਲੀ ਗੱਲ ਵੀ ਇਹ ਲੋਕਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ। ਪਰ ਮੈਂ ਇੱਥੇ ਜਿਹੜੀ ਗੱਲ ਕਰਨੀ ਚਾਹੁੰਦਾ ਵੀ ਜੇ ਸਰਕਾਰ ਦੀ ਨੀਤ ਸਾਫ਼ ਹੈ ਪੰਜਾਬ ਦੇ ਲੋਕਾਂ ਪ੍ਰਤੀ, ਤਾਂ ਸਰਕਾਰ ਨੂੰ ਇਹ ਸ਼ਰਾਬ ਵਾਲੇ ਜਿਹੜੀ ਆਬਕਾਰੀ ਨੀਤੀ ਹੈ ਇਹਦੇ ਵਿੱਚ ਨਹੀਂ ਵੜਨਾ ਚਾਹੀਦਾ। ਇਹਦੇ ਵਿੱਚ ਉਹਦੇ 'ਚ ਇਹ ਹੁੰਦਾ ਨਾ, ਜਿਵੇਂ ਸਰਕਾਰ ਦਾ ਇੱਕ ਪੱਖ ਆ, ਸਰਕਾਰੀ ਪੱਖ ਇਹ ਆ ਕਿ ਸਰਕਾਰ ਕੋਲ ਮਾਲੀਆ ਇਕੱਠਾ ਕਰਨ ਨੂੰ ਕੋਈ ਸਾਧਨ ਨਹੀਂ ਹੈਗਾ। ਪਿਛਲੀਆਂ ਸਰਕਾਰਾਂ, ਚਾਹੇ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਦੀਆਂ ਸਰਕਾਰਾਂ ਵੀ ਰਹੀਆਂ ਹੋਣ, ਉਹਨਾਂ ਨੇ ਵੀ ਸ਼ਰਾਬ ਨੂੰ ਬੜੇ ਧੜੱਲੇ ਨਾਲ ਬਿਜ਼ਨਸ ਦੇ ਤੌਰ 'ਤੇ ਦੇਖਿਆ ਵੀ ਸ਼ਰਾਬ ਦੇ ਵਿੱਚੋਂ ਅਸੀਂ ਪੈਸਾ ਇਕੱਠਾ ਕਰਕੇ ਤਨਖਾਹਾਂ ਨੇ ਜਾਂ ਸਰਕਾਰ ਦੇ ਅਨੇਕਾਂ ਹੀ ਤਰ੍ਹਾਂ ਦੇ ਖਰਚੇ ਨੇ ਜਿਹੜੇ ਸਾਨੂੰ ਲੋਕਾਂ ਨੂੰ ਨਹੀਂ ਪਤਾ ਹਾਲੇ ਪਬਲਿਕਲੀ, ਸੋ ਉਹ ਖਰਚੇ ਵੀ ਪੂਰੇ ਕਰਨੇ ਨੇ। ਜੇ ਹੋਰ ਸਹੂਲਤਾਂ ਸਰਕਾਰ ਦਿੰਦੀ ਹੈ ਲੋਕਾਂ ਨੂੰ ਤਾਂ ਉੱਥੋਂ ਮਾਲੀਆ ਇਕੱਠਾ ਨਹੀਂ ਹੋਣਾ, ਤਾਂ ਸਰਕਾਰ ਫਿਰ ਕੀ ਕਰੇ? ਸਰਕਾਰ ਤਨਖਾਹਾਂ ਕਿੱਥੋਂ ਕੱਢੇ, ਖਰਚੇ ਕਿੱਥੋਂ ਚਲਾਵੇ ਆਪਣੇ? ਮੈਂ ਉਹੀ ਗੱਲ ਕਰਨ 'ਤੇ ਆ ਰਿਹਾ ਸੀ ਤੁਹਾਡੇ ਨਾਲ ਵੀ ਦੇਖੋ, ਸਰਕਾਰ ਨੇ ਮਾਲੀਆ ਇਕੱਠੀਆਂ ਕਰਨ ਦਾ ਟੀਚਾ ਇਹ ਹੈ ਵੀ ਸਾਡੇ ਸ਼ਰਾਬ ਤੋਂ ਮਾਲੀਆ ਇਕੱਠਾ ਹੋ ਸਕਦਾ। ਸ਼ਰਾਬ ਸਸਤੀ ਕਰੋ, ਲੋਕ ਵੱਧ ਪੀਣ, ਜਿਹਦੀ ਜ਼ਿਆਦਾ ਵਿਕਰੀ ਹੋਵੇ, ਸਾਨੂੰ ਮਾਲੀਆ ਇਕੱਠਾ ਹੋਵੇ, ਸਰਕਾਰ ਦੀ ਸੋਚ ਇਹ ਹੈ। ਪਰ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ। ਅਸੀਂ ਕਹਿੰਦੇ ਹਾਂ ਵੀ ਨਸ਼ੇ ਦੀ ਜਗ੍ਹਾ, ਸ਼ਰਾਬ ਦੀ ਜਗ੍ਹਾ ਸਰਕਾਰ ਕੋਲ ਹੋਰ ਬਹੁਤ ਸਾਧਨ ਨੇ ਜਿੱਥੋਂ ਮਾਲੀਆ ਇਕੱਠਾ ਕੀਤਾ ਜਾ ਸਕਦਾ। ਕਿਹੜੇ ਕੀ ਸਾਧਨ ਹੋ? ਦੇਖੋ, ਪਹਿਲੀ ਤਾਂ ਗੱਲ ਇਹ ਹੈ ਵੀ ਜਿੰਨੇ ਸਾਡੇ ਕੋਲ ਕੁਦਰਤੀ ਸਾਧਨ ਨੇ, ਕੁਦਰਤੀ ਸਾਡੇ ਉਹਨਾਂ ਸਾਧਨਾਂ ਤੋਂ ਜੇ ਜਿਹੜੀ ਕੋਈ ਵੀ ਸਟੇਟ ਹੋਵੇ, ਜੇ ਸਾਡੀ ਸਟੇਟ ਕੁਦਰਤੀ ਸਾਧਨਾਂ ਤੋਂ ਇਨਕਮ ਪੈਦਾ ਕਰੇ ਤਾਂ ਮੈਂ ਸਮਝਦਾ ਸਾਰੀ ਜ਼ਿੰਦਗੀ ਲਈ ਕਿਸੇ ਚੀਜ਼ ਦੀ ਘਾਟ ਨਹੀਂ ਰਹਿ ਸਕਦੀ। ਕੁਦਰਤੀ ਸਾਧਨ ਸਾਡੇ ਕੋਲ ਕੀ ਆ? ਕੁਦਰਤੀ ਦੇਖੋ, ਸਾਡੇ ਕੋਲ ਰੇਤ ਹੈ ਜੀ, ਬਜਰੀ ਆ ਸਾਡੇ ਕੋਲ, ਔਰ ਸਾਡੇ ਕੋਲ ਪਾਣੀ ਆ ਕੁਦਰਤੀ। ਇਹ ਤਿੰਨ ਚੀਜ਼ਾਂ ਤਾਂ ਸਾਡੇ ਕੋਲ ਕੁਦਰਤੀ ਨੇ, ਬੇਸ਼ੁਮਾਰ ਨੇ, ਜਿਨ੍ਹਾਂ ਦੀ ਜੇ ਸਹੀ ਤਰੀਕੇ ਨਾਲ ਠੇਕੇਦਾਰੀ ਸਿਸਟਮ ਵਿੱਚੋਂ ਖ਼ਤਮ ਕਰਕੇ, ਜਿਹੜੀਆਂ ਗੱਲਾਂ ਪਹਿਲਾਂ ਇਹ ਆਗੂ ਲੋਕ ਕਰਦੇ ਸੀਗੇ ਵੀ ਅਸੀਂ ਇਸ ਤਰੀਕੇ ਨਾਲ ਕਰਾਂਗੇ ਜੀ, ਆਹ ਪਾਲਿਸੀ ਲੈ ਕੇ ਆਵਾਂਗੇ, ਐਂ ਫਾਇਦਾ ਹੋ ਜੂ, ਉਹ ਗੱਲਾਂ ਤਾਂ ਰਹੀਆਂ ਹੀ ਨਹੀਂ ਹੈਗੀਆਂ। ਔਰ ਜੇ ਕਿਤੇ ਸਹੀ ਇਹ ਠੇਕੇਦਾਰੀ ਸਿਸਟਮ ਨੂੰ ਵਿੱਚੋਂ ਕੱਢਿਆ ਜਾਵੇ, ਖ਼ਤਮ ਕੀਤਾ ਜਾਵੇ, ਕਾਰਪੋਰੇਸ਼ਨ ਬਣਾ ਕੇ ਜਾਂ ਸਰਕਾਰ ਇਹਨੂੰ ਆਪ ਚਲਾਵੇ, ਤਾਂ ਮੈਂ ਸਮਝਦਾ ਇਕੱਲੇ ਰੇਤੇ ਤੋਂ, ਬਜਰੀ ਤੋਂ, ਚਾਹੇ ਇਹ ਐਕਸਾਈਜ਼ ਤੋਂ ਜਿੰਨੀ ਡਿਊਟੀ ਆ ਰਹੀ ਹੈ, ਇਸ ਡਿਊਟੀ ਨਾਲ ਬਹੁਤ ਵੱਡੇ ਪੱਧਰ 'ਤੇ ਸਾਡੇ ਕੋਲ ਮਾਲੀਆ ਇਕੱਠਾ ਹੋ ਸਕਦਾ। ਔਰ ਦੂਜੀ ਗੱਲ ਦੇਖੋ, ਅੱਜ ਅਸੀਂ ਜਿਹੜੀ ਸ਼ਰਾਬ ਦੀ ਤੁਸੀਂ ਗੱਲ ਕਰਦੇ ਹੋ, ਸ਼ਰਾਬ ਨੂੰ ਜੇ ਜਿਹੜਾ ਕੋਡ ਹੈ, ਕੋਡ ਲਾ ਕੇ ਜਿੱਥੋਂ ਸ਼ਰਾਬ ਬਣਦੀ ਹੈ ਫੈਕਟਰੀਆਂ 'ਚੋਂ, ਜੇ ਉੱਥੇ ਕੋਡ ਲਾ ਕੇ ਬਾਰਕੋਡ ਜਿੰਨਾ ਲਾ ਕੇ ਉੱਥੋਂ ਜਿੰਨੀ ਸ਼ਰਾਬ ਨਿਕਲਣੀ ਹੈ, ਜੇ ਉਹਦੀ ਗਿਣਤੀ ਹੋਵੇ ਸਰਕਾਰ ਕੋਲ, ਬਾਰਕੋਡ ਲਾ ਕੇ, ਜੇ ਸਰਕਾਰ ਦੇ ਆਪਣੇ ਠੇਕੇ ਹੋਣ, ਬਾਰਕੋਡ ਲਾ ਕੇ ਫੈਕਟਰੀ 'ਚੋਂ ਨਿਕਲੇ, ਔਰ ਜਦੋਂ ਉਹ ਦੁਕਾਨ 'ਤੇ ਜਾਣੀ ਹੈ, ਉਸ ਦੁਕਾਨ ਦੇ ਉੱਤੇ ਉਹ ਕੋਡ ਦੇ ਰਾਹੀਂ ਉਹ ਸ਼ਰਾਬ ਵਿਕਣੀ ਹੈ,
ਤਾਂ ਮੈਂ ਸਮਝਦਾ ਉਹਦੇ ਨਾਲ ਨਾ ਜਿਹੜਾ ਠੇਕੇਦਾਰੀ ਲੋਕ ਕਰੋੜਾਂ ਰੁਪਏ ਕਮਾ ਰਹੇ ਨੇ ਵਿੱਚੇ ਤਾਂ ਉਹ ਖਤਮ ਹੋ ਜਾਊਗਾ, ਸਿੱਧਾ ਸਰਕਾਰ ਕੋਲ ਇਨਕਮ ਜਾਊਗੀ। ਦੂਜੀ ਗੱਲ ਹੈ ਵੀ ਇਹਨੂੰ ਮੈਂ ਸਮਝਦਾ GST ਦੇ ਘੇਰੇ 'ਚ ਲਿਆਉਣਾ ਚਾਹੀਦਾ, ਜਿੱਥੋਂ ਸ਼ਰਾਬ ਨਿਕਲਣੀ ਹੈ ਉੱਥੇ GST ਲੱਗੇ। ਔਰ ਜਦੋਂ ਸ਼ਰਾਬ ਦੀ ਵਿਕਰੀ ਹੋਣੀ ਹੈ 1-1 ਮਿੰਟ ਦੀ, 10-10 ਮਿੰਟ ਦੀ, 5-5 ਮਿੰਟ ਦੀ ਰਿਪੋਰਟ ਸਰਕਾਰ ਕੋਲ ਜਾਏ ਵੀ ਕਿੱਥੇ ਕਿੰਨੀ ਸ਼ਰਾਬ ਵਿਕਰੀ ਹੋ ਰਹੀ ਹੈ, ਔਰ ਉਹਦੀ ਕੋਈ ਚੋਰੀ ਨਹੀਂ ਹੋ ਸਕਦੀ, ਕੋਈ ਜਿਹੜੀ ਹੈ ਸਮਗਲਿੰਗ ਨਹੀਂ ਹੋ ਸਕਦੀ। ਹਰ ਇੱਕ ਬੋਤਲ ਦੇ ਉੱਤੇ ਜਿਹੜਾ ਕੋਡ ਲੱਗਣਾ ਔਰ ਕੋਡ ਨੂੰ ਕਿਤੇ ਵੀ ਚੈੱਕ ਕੀਤਾ ਜਾ ਸਕਦਾ, ਪਰ ਸਰਕਾਰ ਨੇ ਇਹ ਨੀਤੀ ਨੂੰ ਅਪਣਾਇਆ ਨਹੀਂ। ਔਰ ਦੂਜੀ ਗੱਲ, ਇਹੀ ਨੀਤੀ ਅਸੀਂ ਰੇਤ ਬਜਰੀ 'ਤੇ ਵੀ ਲਾਗੂ ਕਰ ਸਕਦੇ ਹਾਂ। ਕਿੱਡੇ ਕਿੱਡੇ ਪਹਾੜ ਸਾਡੇ ਕੋਲ ਪੱਥਰਾਂ ਦੇ ਪਹਾੜ ਪਏ ਨੇ, ਪਰ ਅੱਜ ਵੀ ਚੋਰੀ ਹੋ ਰਹੀ ਹੈ, ਅੱਜ ਵੀ ਮਾਈਨਿੰਗ ਪੂਰੇ ਧੜੱਲੇ ਨਾਲ ਚੱਲ ਰਹੀ ਹੈ। ਔਰ ਕੋਈ ਦੇਖੋ ਤੁਸੀਂ ਰੇਤਾ ਬਜਰੀ ਕਿੰਨੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ ਜਿੱਦਣ ਦੀ ਸਰਕਾਰ ਬਣੀ, ਡੂਢੇ ਤੋਂ ਦੁੱਗਣੇ ਰੇਟ ਹੋ ਗਏ। ਔਰ ਦੂਜੀ ਇਸ ਤੋਂ ਅਗਲੀ ਗੱਲ, ਇੱਕ ਤਾਂ ਅਸੀਂ ਇੱਥੋਂ ਮਾਲੀਆ ਇਕੱਠਾ ਕਰ ਸਕਦੇ ਹਾਂ, ਇਸ ਤੋਂ ਅਗਲੀ ਗੱਲ ਇਹ ਹੈ ਵੀ ਦੇਖੋ ਸਾਡੇ ਕੋਲ ਜ਼ਮੀਨਾਂ ਖਾਲੀ ਪਈਆਂ ਨੇ। ਖਾਸ ਤੌਰ 'ਤੇ ਮੈਂ ਸਰਕਾਰ ਦਾ ਧਿਆਨ ਲਿਆਉਣਾ ਚਾਹੁੰਦਾ ਹਾਂ। ਦੇਖੋ ਜਿੰਨੀਆਂ ਨਹਿਰਾਂ ਨੇ ਸਾਡੀਆਂ, ਕਿੰਨੀਆਂ ਨਹਿਰਾਂ ਨੇ ਜਿੰਨੀਆਂ ਅਨੰਦਪੁਰ ਸਾਹਿਬ ਦੇ ਉਸ ਤੋਂ ਪਹਾੜ ਤੋਂ ਸ਼ੁਰੂ ਹੁੰਦੀਆਂ ਨੇ, ਸਾਰੀਆਂ ਨਹਿਰਾਂ ਦੇ ਆਲੇ ਦੁਆਲੇ ਜਿੰਨੀ ਨਹਿਰ ਦੀ ਚੜਾਈ ਹੈ ਉਸ ਤੋਂ ਦੁੱਗਣੀ ਦੋਨੇ ਪਾਸੇ ਜਗ੍ਹਾ ਖਾਲੀ ਪਈ ਹੈ, ਜਿੱਥੇ ਤੱਕ ਚਾਹੇ ਹਰਿਆਣੇ ਦੇ ਬਾਰਡਰ ਤੱਕ ਜਾਂਦੀ ਹੈ, ਚਾਹੇ ਉਹ ਰਾਜਸਥਾਨ ਤੱਕ ਜਾਂਦੀ ਹੈ। ਟੋਟਲੀ ਜ਼ਮੀਨਾਂ ਪਈਆਂ ਨੇ, ਆਲੇ ਦੁਆਲੇ ਖਾਲੀ ਪਈਆਂ ਨੇ, ਔਰ ਉਹਨਾਂ 'ਚ ਕੋਈ ਦਰਖਤ ਚੱਜਦਾ ਨਹੀਂ ਹੈ, ਤੂੰ ਤਾਂ ਰਹਿ ਗਏ, ਬਾਕੀ ਸਭ ਪਤਾ ਨਹੀਂ ਕਿੱਥੇ ਵੱਢ ਕੇ ਚਲੇ ਗਏ। ਔਰ ਇਸੇ ਤਰੀਕੇ ਨਾਲ ਜੰਗਲਾਤ ਡਿਪਾਰਟਮੈਂਟ ਦੀਆਂ ਬੜੀਆਂ ਸਾਡੇ ਕੋਲ ਜ਼ਮੀਨਾਂ ਪਈਆਂ ਨੇ, ਔਰ ਇਸੇ ਤਰੀਕੇ ਨਾਲ ਸਾਡੇ ਕੋਲ ਹੋਰ ਸਰਕਾਰੀ ਪ੍ਰਾਪਰਟੀਆਂ ਬੜੀਆਂ ਖਾਲੀ ਪਈਆਂ ਨੇ, ਜਿਹੜੀਆਂ ਨੂੰ ਚਾਹੇ ਉਹ ਇੱਕ ਬਿਜਲੀ ਬੋਰਡ ਦੇ ਤੁਸੀਂ ਕਿਸੇ ਦਫ਼ਤਰ 'ਚ ਚਲੇ ਜਾਓ, 10-10 ਏਕੜ 20-20 ਏਕੜ ਜਗ੍ਹਾ ਖਾਲੀ ਪਈ ਹੈ, ਇੱਕ ਵੀ ਦਰਖਤ ਨਹੀਂ ਹੈ ਉੱਥੇ। ਔਰ ਤੁਸੀਂ ਆ ਸ਼ੂਗਰ ਮਿਲਾਂ ਚਲੇ ਜਾਓ, ਮਰਿੰਡਾ ਸ਼ੂਗਰ ਮਿਲੇ ਚਲੇ ਜਾਓ, 25 ਕਿੱਲੇ ਖਾਲੀ ਪਏ ਹੈ, ਕੋਈ ਉੱਥੇ ਇੱਕ ਵੀ ਦਰਖਤ ਨਹੀਂ ਹੈ। ਦਰਖਤ ਫਿਰ ਕਿਵੇਂ ਜੀ ਅਗਲੀ ਗੱਲ ਲੈ ਕੇ ਆਉਣਾ ਵੀ ਜਿਹੜੀਆਂ ਖਾਲੀ ਥਾਵਾਂ ਇਹ ਪਈਆਂ ਨੇ ਸਾਡੇ ਕੋਲ, ਪਰ ਸਰਕਾਰ ਜੇ ਚਾਹੇ ਇਹਨਾਂ ਖਾਲੀ ਥਾਵਾਂ ਦੇ ਉੱਤੇ ਜੇ ਚੰਗੇ ਬੂਟੇ ਲਾਏ ਜਾਣ, ਚੰਗੇ ਜਿਹੜੇ ਉੱਥੇ ਚਾਹੇ ਫਲਦਾਰ ਚਾਹੇ ਦੂਜੇ ਜਿਹੜੇ ਬੂਟੇ ਲਾਏ ਜਾਣ, ਚਾਹੇ ਕੋਈ ਪਪੂਲਰ ਹੈ, ਚਾਹੇ ਕੋਈ ਸਫੈਦਾ, ਚਾਹੇ ਕੋਈ ਡੇਕ ਹੈ, ਕੋਈ ਵੀ ਚਾਹੇ ਟਾਹਲੀ ਹੈ, ਜਿਹੜੇ ਮਰਜ਼ੀ ਦਰਖਤ ਲਾਏ ਜਾਣ। ਇਹਦੇ ਕੋਈ ਜਿਹੜੇ ਖਾਲੀ ਥਾਵਾਂ ਪਈਆਂ ਨੇ ਸਾਡੇ ਕੋਲ ਨਹਿਰਾਂ ਦੇ ਆਲੇ ਦੁਆਲੇ ਨੇ, ਚਾਹੇ ਕੋਈ ਹੋਰ ਖਾਲੀ ਪਈਆਂ ਨੇ, ਚਾਹੇ ਸਾਡੇ ਕੋਲ ਬੀੜਾਂ ਨੇ, ਜਿਵੇਂ ਭਾਰਸੋਂ ਵਾਲੀ ਬੀੜ ਹੈ, ਨਾਭੇ ਵਾਲੀ ਬੀੜ ਹੈ, ਕਿੱਡੇ ਹਜ਼ਾਰਾਂ ਏਕੜ ਖਾਲੀ ਪਿਆ, ਔਰ ਉਹਦੇ 'ਚ ਕਿੱਕਰਾਂ ਰਹਿ ਗਈਆਂ, ਪਹਾੜੀ ਕਿੱਕਰਾਂ, ਬਾਕੀ ਸਾਰੇ ਦਰਖਤ ਪਤਾ ਨਹੀਂ ਕਿੱਥੇ ਚਲੇ ਗਏ। ਇਹਨਾਂ ਦੇ ਜੇ ਕਿਤੇ ਪਲਾਟ ਬਣਾਏ ਜਾਣ, 20-30 ਕਿੱਲਿਆਂ ਦੇ, 40-40 ਕਿੱਲਿਆਂ ਦੇ ਪਲਾਟ ਬਣਾਏ ਜਾਣ, ਔਰ ਜਿਹੜਾ ਨਹਿਰਾਂ ਦੇ ਲਾਗ ਸਾਈਡਾਂ 'ਤੇ ਏਰੀਆ ਸਾਡੇ ਕੋਲ ਇਹ 5-5 ਕਿਲੋਮੀਟਰ ਦੇ ਏਰੀਏ ਦੇ ਪਾਰਟ ਬਣਾਏ ਜਾਣ, ਔਰ ਇਹਦੇ ਵਿੱਚ ਸਰਕਾਰ ਇੱਕ ਪਲੈਨਿੰਗ ਤਿਆਰ ਕਰੇ ਵੀ ਇਸ ਦੇ ਵਿੱਚ ਆਹ ਜਿਹੜਾ ਬੂਟਾ ਲਾਇਆ ਜਾਊਗਾ, ਔਰ ਇਹਦੀ ਵਾਸਤੇ ਅਸੀਂ 5 ਸਾਲ ਵਾਸਤੇ, 7 ਸਾਲ ਵਾਸਤੇ, 8 ਸਾਲ ਵਾਸਤੇ, 10 ਸਾਲ ਵਾਸਤੇ ਅਸੀਂ ਲੀਜ਼ 'ਤੇ ਇਹਨੂੰ ਦੇਵਾਂਗੇ। ਹਰ ਸਾਲ ਅਸੀਂ ਇਹਦਾ ਠੇਕਾ ਲਵਾਂਗੇ, ਜਾਂ ਜਿਸ ਦਿਨ ਇਹ ਪੂਰਾ ਤਿਆਰ ਹੋ ਜਾਊਗਾ, ਦੂਜਾ ਤਰੀਕਾ ਵੀ ਇਹਦੇ ਵਿੱਚੋਂ 50%, 33% ਜਾਂ 40% ਜਿਹੜਾ ਬੰਦਾ ਇਹਨੂੰ ਪਾਲੂਗਾ ਉਹ ਬੂਟੇ 'ਤੇ ਉਹ ਇਨਕਮ ਲੈ ਲੂਗਾ, ਬਾਕੀ ਸਰਕਾਰ ਲੈ ਲੂਗੀ। ਜੇ ਸਰਕਾਰ ਨੇ ਅੱਜੇ ਮਾਲਾ ਮਾਲ ਹੋਣਾ, ਮੈਂ ਸਮਝਦਾ 3 ਮਹੀਨੇ ਦੇ ਅੰਦਰ ਸਰਕਾਰ ਕਰੋੜਾਂ ਰੁਪਈਆ ਇਕੱਠਾ ਕਰ ਸਕਦੀ ਹੈ। ਕੋਈ ਲੋੜ ਨਹੀਂ ਸ਼ਰਾਬ ਤੋਂ ਮਾਲੀਆ ਇਕੱਠਾ ਕਰਨ ਦੀ। ਜੇ ਸਰਕਾਰ ਅੱਜੇ ਪਲਾਟ ਬਣਾ ਕੇ ਉਹਨਾਂ 'ਚ ਇਹ ਵੀ ਡਿਸੀਜਨ ਲੈ ਲਵੇ ਫਲਾਣਾ ਬੂਟਾ ਲੱਗੂਗਾ, ਇੰਨੇ ਸਾਲ ਵਾਸਤੇ ਲੀਜ਼ 'ਤੇ ਦੇਵਾਂਗੇ, ਜਿਹਨੇ ਲੈਣੀ ਆ ਓਪਨਲੀ ਬੋਲੀ ਕਰ ਦੇਣ, ਤਾਂ ਸਰਕਾਰ ਕੋਲ ਮੈਂ ਸਮਝਦਾ 1 ਮਹੀਨੇ ਦੇ ਅੰਦਰ ਕਰੋੜਾਂ ਰੁਪਈਆ ਪੰਜਾਬ ਦੇ ਵਿੱਚੋਂ ਇਕੱਠਾ ਹੋ ਸਕਦਾ। ਪੰਜਾਬ ਸਾਡਾ ਹਰਿਆ ਭਰਿਆ ਹੋ ਸਕਦਾ, ਔਰ ਸਰਕਾਰ ਨੂੰ ਪੂਰੀ ਆਮਦਨ ਹੋ ਸਕਦੀ ਹੈ, ਕਿਤੇ ਸ਼ਰਾਬ ਤੋਂ ਮਾਲੀਆ ਇਕੱਠਿਆ ਕਰਨ ਦੀ ਲੋੜ ਨਹੀਂ। ਔਰ ਦੂਜਾ ਸਾਡਾ ਜਿਹੜਾ ਸਭ ਤੋਂ ਵੱਡੀ ਸਾਡੇ ਕੋਲ ਗੱਲ ਹੈ ਉਹ ਹੈਗੀ ਹੈ ਸਾਡਾ ਖੇਤੀ ਪ੍ਰਧਾਨ ਸੂਬਾ ਪੰਜਾਬ। ਪਰ ਪੰਜਾਬ ਦੇਖੋ, ਪੰਜਾਬ ਦੇ ਵਿੱਚ ਜਿਹੜੀ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਜੇ ਅਸੀਂ ਸ਼ਰਾਬ ਦੀਆਂ ਇੰਡਸਟਰੀਆਂ ਲਾਈਏ, ਮੈਂ ਸਮਝਦਾ ਉਹਦੇ ਨਾਲ ਪਹਿਲਾਂ ਸਾਨੂੰ ਜਿਹੜੀ ਚੀਜ਼ ਸਾਡੇ ਇੱਥੇ ਪੈਦਾ ਹੁੰਦੀ ਹੈ ਉਹ ਚੀਜ਼ ਨੂੰ ਤਰਜੀਹ ਦੇਣੀ ਚਾਹੀਦੀ ਹੈ। ਅੱਜ ਖੇਤੀ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਪੰਜਾਬ ਦੇ ਚਰਚਾਵਾਂ ਨੇ, ਪਰ ਅੱਜ ਖੇਤੀ 'ਚ ਅਸੀਂ ਪਿੱਛੇ ਜਾ ਰਹੇ ਹਾਂ। ਉਹਦੇ ਕਾਰਨ ਨੇ ਕਿਉਂਕਿ ਅਸੀਂ ਜਿਵੇਂ ਸਾਡੇ ਤੋਂ ਕਿੰਨੇ ਕੰਟਰੀ ਨੇ, ਜਿਨ੍ਹਾਂ ਕੰਟਰੀਆਂ ਦੇ ਵਿੱਚ ਸਾਡੇ ਵਰਗੀ ਧਰਤੀ ਨਹੀਂ, ਸਾਡੇ ਵਰਗਾ ਵਾਤਾਵਰਨ ਨਹੀਂ, ਉਹ ਸਾਡੇ ਤੋਂ ਅੱਗੇ ਨਿਕਲ ਗਏ, ਚਾਹੇ ਉਹ ਮਸ਼ੀਨਰੀ ਦੇ ਵਿੱਚ ਨਿਕਲ ਗਏ, ਚਾਹੇ ਉਹ ਚੰਗੀ ਖੇਤੀ ਕਰਨ ਦੇ ਵਿੱਚ ਨਿਕਲ ਗਏ। ਇਜ਼ਰਾਈਲ ਵਰਗੇ ਦੇਸ਼ ਸਾਡੇ ਤੋਂ ਕਿਤੇ ਅੱਗੇ ਚਲੇ ਗਏ। ਸੋ ਇਹ ਜਿਹੜੀ ਖੇਤੀ ਹੈ, ਖੇਤੀ ਦੇ ਵਿੱਚ ਤਬਦੀਲੀ ਲਿਆਉਣੀ ਪੈਣੀ ਹੈ, ਔਰ ਖੇਤੀ ਨੂੰ ਜਿਹੜੀਆਂ ਸਾਡੀਆਂ ਚੀਜ਼ਾਂ ਖੇਤੀ ਤੋਂ, ਚਾਹੇ ਉਹ ਮੱਕੀ ਲਾ ਲਓ ਤੁਸੀਂ, ਮੱਕੀ ਤੋਂ ਐਥਨੋਲ ਤਿਆਰ ਹੋ ਸਕਦਾ, ਗੰਨੇ ਤੋਂ ਐਥਨੋਲ ਤਿਆਰ ਹੋ ਸਕਦਾ, ਔਰ ਉਹ ਜਿਹੜਾ ਪੈਟਰੋਲ ਦੇ ਵਿੱਚ ਪੈਂਦਾ ਮਿਕਸ ਹੁੰਦਾ। ਕਿੱਡੀ ਇੰਡਸਟਰੀ ਲੱਗ ਸਕਦੀ ਆ, ਕੋਈ ਇੰਡਸਟਰੀ ਨੂੰ ਤਰਜੀਹ ਨਹੀਂ ਦਿੱਤੀ। ਔਰ ਜਿਹੜੇ ਸਾਡੇ ਕੋਲ ਪੰਜਾਬ 'ਚ ਕਿੰਨਾ ਹੁੰਦਾ, ਜੂਸ ਦੀਆਂ ਜਿਹੜੀਆਂ ਫੈਕਟਰੀਆਂ ਲੱਗ ਸਕਦੀਆਂ ਨੇ, ਜਿਹੜੀਆਂ ਲੱਗੀਆਂ ਹੋਈਆਂ ਪਿਛਲੇ ਸਾਲ ਉਹ ਬੰਦ ਪਈਆਂ, ਚਾਲੂ ਨਹੀਂ।
ਦੇ ਉਹ ਉਹਦੇ ਤੌਰ 'ਤੇ ਇੰਡਸਟਰੀਅਲ ਹੈ। ਅੰਗੂਰਾਂ ਦੀ ਜਿਹੜੇ ਸਾਡੀ ਜਦ ਦੂਜੇ ਦੇਸ਼ਾਂ 'ਚ ਕੰਟਰੀਆਂ 'ਚ ਅੰਗੂਰਾਂ ਤੋਂ ਸ਼ਰਾਬ ਬਣ ਸਕਦੀ ਹੈ, ਇੱਥੇ ਕਿਉਂ ਨਹੀਂ ਬਣ ਸਕਦੀ? ਜੇ ਟਮਾਟਰ ਸਾਡੇ ਪੰਜਾਬ 'ਚ ਹੁੰਦਾ, ਟਮਾਟਰ ਦੀ ਕਿਉਂ ਨਹੀਂ ਇੱਥੇ ਫੈਕਟਰੀਆਂ ਲੱਗ ਸਕਦੀਆਂ? ਕਿਉਂ ਨਹੀਂ ਸੌਸ ਤਿਆਰ ਹੋ ਸਕਦਾ? ਆਲੂ ਸਾਡੇ ਪੰਜਾਬ ਦੇ ਵਿੱਚ ਕਿੰਨਾ ਹੁੰਦਾ, ਆਲੂ ਦੀਆਂ ਕਿਉਂ ਨਹੀਂ ਫੈਕਟਰੀਆਂ ਲੱਗ ਸਕਦੀਆਂ? ਔਰ ਤੁਸੀਂ ਹੈਰਾਨ ਹੋ ਜਾਓਗੇ ਵੀ ਮੈਂ ਦੇਖ ਰਿਹਾ ਦੀ ਮੈਂ ਲਿਸਟ ਬਣਾਈ ਆ ਇਹ ਵੀ ਚਾਹੇ ਸਰੋਂ ਲਾ ਲਓ, ਸਰੋਂ ਤੋਂ ਕਿੰਨਾ ਅਸੀਂ ਤੇਲ ਕੱਢ ਕੇ ਉਹਦੇ ਪ੍ਰੋਡਕਟ ਤਿਆਰ ਕਰ ਸਕਦੇ ਹਾਂ। ਦਾਲਾਂ ਤੋਂ ਕਿੰਨੇ ਸਰੋਂ ਦਾ ਜਾਂ ਹੋਰ ਚੀਜ਼ਾਂ ਦਾ ਤੇਲ ਤਾਂ ਵਿਕ ਰਿਹਾ ਨਾ? ਨਹੀਂ ਉਹ ਸਾਡੀ ਇੰਡਸਟਰੀ ਨੂੰ ਤਰਜੀਹ ਨਹੀਂ ਹੈ ਉਰੇ। ਅੱਛਾ। ਇੱਥੇ ਦੇਖੋ ਦਾਲ ਇੱਥੇ ਪੈਦਾ ਹੁੰਦੀ ਹੈ, ਚਾਹੇ ਮੂੰਗੀ ਹੈ ਚਾਹੇ ਮਾਂਹ ਹੈ, ਕਿੰਨੇ ਸਾਰੇ ਸਾਡੇ ਕਿਸਾਨ ਖੇਤਾਂ 'ਚ ਪੈਦਾ ਕਰ ਰਹੇ ਨੇ। ਪਰ ਤੁਸੀਂ ਹੈਰਾਨ ਹੋ ਜਾਓਗੇ, ਦਾਲ ਇੱਥੇ ਪੈਦਾ ਹੁੰਦੀ ਹੈ, ਇੱਥੋਂ ਰਾਜਸਥਾਨ ਜਾਂਦੀ ਹੈ, ਰਾਜਸਥਾਨ ਤੋਂ ਦਲ ਕੇ ਸਾਫ਼ ਹੋ ਕੇ 2 ਪੀਸ ਹੋ ਕੇ ਦੁਬਾਰਾ ਪੰਜਾਬ 'ਚ ਵਿਕਣ ਵਾਸਤੇ ਪੈਕਟ ਹੋ ਗਏ। ਕਿਉਂ ਨਹੀਂ ਪੰਜਾਬ 'ਚ ਪੈਕਟ ਬਣ ਸਕਦੇ ਉਹਦੇ? ਕਿਉਂ ਨਹੀਂ ਪੰਜਾਬ 'ਚ ਇੰਡਸਟਰੀ ਲੱਗ ਸਕਦੀ? ਕਿਉਂ ਨਹੀਂ ਸਰਕਾਰ ਸਹੂਲਤ ਦਿੰਦੀ? ਇਸ ਜਿਹੜੀ ਖੇਤੀ ਨਾਲ ਰਿਲੇਟਡ ਹੈ, ਖੇਤੀ ਨਾਲ ਸੰਬੰਧਿਤ ਇੰਡਸਟਰੀ ਹੈ, ਚਾਹੇ ਉਹ ਸਬਜ਼ੀਆਂ ਨਾਲ ਹੋਵੇ, ਚਾਹੇ ਉਹ ਜਿਹੜੀਆਂ ਸਾਡੀਆਂ ਪੈਦਾਵਾਰ ਹੁੰਦੀ ਹੈ ਉਹਨਾਂ ਨਾਲ ਸੰਬੰਧਿਤ ਹੋਵੇ, ਉਸ ਇੰਡਸਟਰੀ ਨੂੰ ਸਰਕਾਰ ਨੂੰ ਤਰਜੀਹ ਦੇਣੀ ਪੈਣੀ ਹੈ। ਔਰ ਤਰਜੀਹ ਦੇ ਕੇ ਜਿਹੜਾ ਕੁਝ ਇੱਥੇ ਉਹ ਇੰਡਸਟਰੀ ਖੇਤੀ ਨਾਲ ਸੰਬੰਧਿਤ ਲਾਏਗਾ ਉਹਨੂੰ ਘੱਟੋ ਘੱਟ 5 ਸਾਲ ਟੈਕਸ ਮਾਫ ਹੋਣਾ ਚਾਹੀਦਾ ਔਰ ਉਹਨੂੰ ਲਾਉਣ ਦੇ ਵਿੱਚ ਸਬਸਿਡੀ ਹੋਣੀ ਚਾਹੀਦੀ ਹੈ। ਮੈਂ ਸਮਝਦਾ ਲੋਕ ਜਿਹੜੇ ਕਣਕ ਝੋਨੇ ਦੀ ਅਜੇ ਚਰਚਾਵਾਂ ਕਰ ਰਹੇ ਨੇ ਜਿਹੜੀਆਂ ਸਰਕਾਰਾਂ, ਜਦੋਂ ਇੱਦਾਂ ਦੀ ਇੰਡਸਟਰੀ ਇੱਥੇ ਲੱਗੇਗੀ ਤਾਂ ਖੇਤੀ ਬਦਲ ਵੀ ਆਟੋਮੈਟਿਕਲੀ ਹੋ ਜਾਣਾ, ਕਿਉਂਕਿ ਸਾਧਨ ਉਹਨਾਂ ਨੂੰ ਉਸ ਤਰੀਕੇ ਦੀ ਆਮਦਨ ਹੋਣ ਲੱਗ ਜਾਣੀ ਹੈ। ਮੱਕੀ ਤੋਂ ਬੜੇ ਪ੍ਰੋਡਕਟ ਤਿਆਰ ਕੀਤੇ ਜਾ ਸਕਦੇ ਨੇ। ਪਰ ਗੱਲ ਇਹ ਹੈ ਵੀ ਸਰਕਾਰਾਂ ਦੀ ਨੀਤੀ ਸਾਫ਼ ਨਹੀਂ ਹੈ, ਸਰਕਾਰ ਦੀ ਨੀਤ ਸਾਫ਼ ਨਹੀਂ ਹੈ। ਇਸੇ ਕਰਕੇ ਜਿਹੜਾ ਇਹ ਅੱਜ ਤੱਕ ਖੇਤੀ ਸਾਡੀ ਘੱਟੇ ਜਾ ਰਹੀ ਹੈ। ਖੇਤੀ ਮੈਂ ਕਹਿੰਦਾ ਪੂਰੇ ਵਰਲਡ ਦੇ ਵਿੱਚ ਇਹੋ ਜਿਹਾ ਵਾਤਾਵਰਨ ਨਹੀਂ ਹੈ ਜਿੱਥੇ ਕਿ ਹਰ ਤਰ੍ਹਾਂ ਦੀ ਜਿਹੜੀ ਖੇਤੀ ਆ ਹੋ ਸਕਦੀ ਹੈ। ਇਸ ਤੋਂ ਅਗਲੀ ਗੱਲ, ਸਾਡੇ ਕੋਲ ਪੁਰਾਤਨ ਜਿਹੜੇ ਸਥਾਨ ਨੇ, ਇੰਨੇ ਕੁ ਸਥਾਨ ਪਏ ਨੇ। ਤੁਸੀਂ ਫਤਿਹਗੜ੍ਹ ਸਾਹਿਬ ਲਾ ਲਓ, 45 ਕਿੱਲਿਆਂ ਦੇ ਵਿੱਚ ਆਮ ਖਾਸ ਬਾਗ ਹੈ। ਔਰ ਕਿੰਨੇ ਸਾਡੇ ਕੋਲ ਇੱਦਾਂ ਦੇ ਪੰਜਾਬ ਦੇ ਵਿੱਚ ਸਥਾਨ ਨੇ। ਟੂਰਿਜ਼ਮ ਡਿਪਾਰਟਮੈਂਟ ਨੂੰ ਅਸੀਂ ਇੰਨਾ ਉੱਪਰ ਤੱਕ ਲੈ ਕੇ ਜਾ ਸਕਦਾ। ਦੁਬਈ ਵਰਗੇ ਦੇਸ਼ ਜਿੱਥੇ ਕੁਝ ਵੀ ਨਹੀਂ ਹੈ, ਨਾ ਧਰਤੀ ਆ, ਵਿੱਚ ਪੱਥਰ ਪਾ ਕੇ ਉਹ ਸਮੁੰਦਰ 'ਚ ਧਰਤੀ ਤਿਆਰ ਕਰ ਰਹੇ ਨੇ ਔਰ ਉੱਥੇ ਉਹਨਾਂ ਨੇ ਆਪਣੀ ਟੂਰਿਜ਼ਮ ਹੱਬ ਬਣਾ ਲਈ। ਲੋਕ ਇੱਥੋਂ ਇੰਡੀਆ ਤੋਂ ਦੁਬਈ ਨੂੰ ਦੇਖਣ ਜਾ ਰਹੇ ਨੇ। ਇੱਥੇ ਸਾਡੇ ਕੋਲ ਕੁਦਰਤੀ ਹਜ਼ਾਰਾਂ ਸਾਲ ਪੁਰਾਣੇ ਸਾਡੇ ਕੋਲ ਕਿਲ੍ਹੇ, ਹਜ਼ਾਰਾਂ ਸਾਲ ਪੁਰਾਣੀਆਂ ਸਾਡੇ ਕੋਲ ਇਹੋ ਜਿਹੇ ਦੇਖਣ ਵਾਲੀਆਂ ਚੀਜ਼ਾਂ ਪਈਆਂ, ਪਰ ਸਰਕਾਰ ਨੇ ਉਸ ਪਾਸੇ ਧਿਆਨ ਹੀ ਨਹੀਂ ਦਿੱਤਾ। ਔਰ ਜੇ ਸਰਕਾਰਾਂ ਉਸ ਪਾਸੇ ਧਿਆਨ ਜਿਹੜੀ ਸਰਕਾਰ ਨਹੀਂ ਚਲਾਉਣਾ ਚਾਹੁੰਦੀ, ਮੈਂ ਸਮਝਦਾ ਸਰਕਾਰ ਨੂੰ ਕਰੋੜਾਂ ਰੁਪਈਆ ਆਮਦਨ 4 ਮਹੀਨੇ ਦੇ ਵਿੱਚ ਮੇਰੇ ਨਾਲ ਠੇਕਾ ਕਰ ਲੈਣ, ਪੂਰੀ ਆਮਦਨ ਹੋ ਜੂ। ਇਸ ਚੀਜ਼ ਨੂੰ ਆਪਣੀਆਂ ਸ਼ਰਤਾਂ ਰੱਖ ਕੇ ਇੱਕ ਪਲਾਨ ਤਿਆਰ ਕਰਨ ਔਰ ਉਹਨੂੰ ਲੀਜ਼ 'ਤੇ ਦੇਣ। ਸਰਕਾਰ ਨਹੀਂ ਚਲਾ ਸਕਦੀ, ਠੇਕੇ 'ਤੇ ਦੇ ਦੇਣ ਵੀ ਤੁਸੀਂ ਚਲਾਓ ਇਹਨੂੰ, ਆਹ ਦਿੱਖ ਸਾਡੀ ਢਹਿ ਨਹੀਂ ਕਰ ਸਕਦੇ ਤੁਸੀਂ, ਇਹਦੀ ਦਿੱਖ ਵਧੀਆ ਬਣਾ ਕੇ ਤੁਸੀਂ ਉੱਥੇ ਰਹਿਣ ਬੈਠਣ ਦੇ ਆਉਣ ਜਾਣ ਦੇ ਸਾਧਨ ਸਾਰੇ ਮੁਹੱਈਆ ਕਰਾਓ, ਠੇਕੇ 'ਤੇ ਦੇਣ। ਲੋਕ ਠੇਕੇ 'ਤੇ ਲੈਣ ਨੂੰ ਤਿਆਰ ਨੇ, ਪਰ ਖੰਡਰ ਬਣ ਰਹੇ ਨੇ, ਪਿੱਪਲ ਜੰਮੇ, ਬਰੋਟੇ ਜੰਮੇ, ਤੂਤ ਜੰਮੇ, ਸਾਰੀਆਂ ਚੀਜ਼ਾਂ ਖਰਾਬ ਹੋ ਰਹੀਆਂ ਨੇ। ਸੋ ਉੱਥੋਂ ਸਾਨੂੰ ਇੱਕ ਟੂਰਿਜ਼ਮ ਡਿਪਾਰਟਮੈਂਟ ਤੋਂ ਬਹੁਤ ਵੱਡੀ ਸਾਨੂੰ ਜਿਹੜੀ ਇਨਕਮ ਹੋ ਸਕਦੀ ਹੈ। ਇਸ ਤੋਂ ਅਗਲੀ ਗੱਲ ਹੈਗੀ ਕੁਦਰਤੀ ਪਾਣੀ ਦੀ। ਕੁਦਰਤੀ ਪਾਣੀ ਜਿਹੜੇ ਕੋਲ ਸਾਡੇ ਕੋਲ ਪਾਣੀ ਧਰਤੀ ਦਾ ਥੱਲੇ ਜਾ ਰਿਹਾ ਔਰ ਪਾਣੀ ਸਾਨੂੰ ਪਤਾ ਵੀ ਆਉਣ ਵਾਲੇ ਸਮੇਂ 'ਚ ਮਿਲਣਾ ਨਹੀਂ, ਪਰ ਕੁਦਰਤੀ ਪਾਣੀ ਨੂੰ ਸਾਂਭਣ ਦੀ ਕਿਸੇ ਨੇ ਕੋਈ ਅੱਜ ਤੱਕ ਜਿਹੜੀ ਆ ਤਰਜੀਹ ਨਹੀਂ ਦਿੱਤੀ ਸਾਂਭਣ ਦੀ। ਔਰ ਦੂਜੀ ਗੱਲ ਹੁਣ ਇਨਕਮ ਦੀ ਗੱਲ, ਪਾਣੀ ਤੋਂ ਸਾਨੂੰ ਐਡੀ ਬੜੀ ਇਨਕਮ ਹੋ ਸਕਦੀ ਹੈ ਜਿੰਨੀਆਂ ਸਾਡੀਆਂ ਨਹਿਰਾਂ ਨੇ। ਇਹਨਾਂ ਨਹਿਰਾਂ ਦੇ ਉੱਤੇ ਚਾਹੇ ਦਰਿਆਵਾਂ ਦੇ ਉੱਤੇ ਜਿੱਥੇ ਪਾਣੀ ਸਾਡਾ ਜਾ ਰਿਹਾ, ਚਾਹੇ ਕੁਦਰਤੀ ਪਾਣੀ ਨੂੰ ਸੰਭਾਲਣ ਦੀ ਗੱਲ, ਜਿਹੜਾ ਬਰਸਾਤੀ ਪਾਣੀ ਉਹਦੀਆਂ ਝੀਲਾਂ ਬਣਨ, ਪਰ ਜਿਹੜਾ ਪਾਣੀ ਤੋਂ ਅਸੀਂ ਇਨਕਮ ਦੀ ਗੱਲ ਹੈ ਜਿੰਨੀਆਂ ਨਹਿਰਾਂ ਨੇ। ਜੇ ਸਰਕਾਰ ਦਾ ਪੀਪਾ ਖਾਲੀ ਹੈ ਜਾਂ ਖਜ਼ਾਨਾ ਖਾਲੀ ਹੈ, ਜਿਹੜਾ ਭਗਵੰਤ ਮਾਨ ਪਿਛਲੇ ਸਮੇਂ ਗੱਲਾਂ ਕਰਦਾ ਸੀ, ਤਾਂ ਸਰਕਾਰ ਅੱਜ ਮੈਂ ਸਮਝਦਾ ਮੇਰੇ ਨਾਲ ਬੈਠ ਕੇ ਟੇਬਲ 'ਤੇ ਗੱਲ ਕਰਨ, ਮੈਂ ਦੱਸਦਾ ਵੀ ਤੁਸੀਂ ਪਾਣੀ ਤੋਂ ਹੀ ਕਿੰਨੀ ਇਨਕਮ ਪੈਦਾ ਕਰ ਸਕਦੇ ਹੋ। ਜੇ ਸਰਕਾਰ ਕੋਲ ਇੱਕ ਪੈਸਾ ਨਹੀਂ ਹੈ, ਸਰਕਾਰ ਆਪਣੀ ਪਲੈਨਿੰਗ ਤਿਆਰ ਕਰੇ, ਪਾਲਿਸੀ ਤਿਆਰ ਕਰੇ। ਸਰਕਾਰ ਆਪਣੀ ਜਿੰਨੇ ਸਾਡੇ ਕੋਲ ਝਾਲਾਂ ਨੇ ਜਿਹੜੀਆਂ ਨਹਿਰਾਂ ਦੇ ਉੱਤੇ ਬਣੀਆਂ ਹੋਈਆਂ ਨੇ, ਲੋਕ ਆਪ ਪ੍ਰੋਜੈਕਟ ਲਾਉਣ ਨੂੰ ਤਿਆਰ ਨੇ। ਬਹੁਤ ਲੋਕ ਐਸੇ ਨੇ ਜਿਹੜੇ ਆਪ ਪ੍ਰੋਜੈਕਟ ਲਾਉਣ ਨੂੰ ਤਿਆਰ ਨੇ। ਸਰਕਾਰ ਆਪਣੀ ਪਾਲਿਸੀ ਤਿਆਰ ਕਰੇ ਵੀ ਇਸ ਤਰੀਕੇ ਨਾਲ ਇੱਥੇ ਪ੍ਰੋਜੈਕਟ ਤੁਸੀਂ ਲਾ ਸਕਦੇ ਹੋ। ਲੋਕ ਆਪੇ ਪ੍ਰੋਜੈਕਟ ਲਾ ਕੇ, ਔਰ ਜਿਹੜੀ ਬਿਜਲੀ ਹੈ, ਬਿਜਲੀ ਵੀ ਉੱਥੋਂ ਇੰਨੀ ਸਸਤੀ ਤਿਆਰ ਹੋ ਸਕਦੀ ਹੈ। ਜੇ ਅੱਜ ਲੋਕਾਂ ਨੂੰ 6 ਰੁਪਏ 7 ਰੁਪਏ 5 ਰੁਪਏ ਯੂਨਿਟ ਬਿਜਲੀ ਮਿਲ ਰਹੀ ਹੈ, ਤਾਂ ਜੇ ਕੋਈ ਸਰਕਾਰ ਨੂੰ 2 ਰੁਪਏ ਯੂਨਿਟ ਪੈਦਾ ਕਰਕੇ ਦੇ ਦੇਵੇ, ਪੈਸੇ ਵੀ ਆਪਣੇ ਲਾ ਲਵੇ ਸਰਕਾਰ, ਚਾਹੇ ਲੋਕਾਂ ਨੂੰ 2.5 ਰੁਪਏ ਯੂਨਿਟ ਦੇ ਦੇਵੇ, 50 ਪੈਸੇ ਸਰਕਾਰ ਉਹਦੇ ਵਿੱਚੋਂ ਕਮਾ ਲਵੇ, ਲੋਕਾਂ ਨੂੰ ਅੱਧੇ ਰੇਟ 'ਤੇ ਬਿਜਲੀ ਮਿਲ ਸਕਦੀ ਹੈ। ਸਰਕਾਰ ਦਾ ਇੱਕ ਪੈਸਾ ਨਹੀਂ ਲੱਗਣਾ। ਸਰਕਾਰ ਨੂੰ ਜਿਹੜੀ ਅੱਜ ਕਰੋੜਾਂ ਰੁਪਏ ਬਿਜਲੀ 'ਤੇ ਖਰਚ ਰਹੀ ਹੈ, ਸਰਕਾਰ ਨੂੰ ਕੋਈ ਪੈਸਾ ਖਰਚਣ ਦੀ ਲੋੜ ਨਹੀਂ। ਸਰਕਾਰ ਸਿਰਫ ਪਲੈਨਿੰਗ ਤਿਆਰ ਕਰਕੇ ਲੋਕਾਂ ਦੇ ਅੱਗੇ ਰੱਖੇ ਔਰ ਲੋਕ ਉਹਨੂੰ ਕਰਨ ਨੂੰ ਤਿਆਰ ਬੈਠੇ ਨੇ। ਸੋ ਇੱਕ ਤਾਂ ਇਹ ਕੁਦਰਤੀ ਪਾਣੀ ਤੋਂ ਬਹੁਤ ਵੱਡੀ ਅਸੀਂ ਜਿਹੜੀ ਇਨਕਮ ਹੈ ਬਣਾ ਸਕਦੇ ਹਾਂ, ਲੋਕਾਂ ਨੂੰ ਸਸਤੀ ਬਿਜਲੀ ਦੇ ਸਕਦੇ ਹਾਂ, ਲੋਕਾਂ ਨੂੰ ਰੁਜ਼ਗਾਰ 'ਤੇ ਲਾ ਸਕਦੇ ਹਾਂ। ਔਰ ਇਸ ਤੋਂ ਅਗਲੀ ਗੱਲ ਜਿਹੜੀ ਇੰਡਸਟਰੀ ਦੀ ਆਪਾਂ ਕਰੀਏ, ਪਹਿਲਾਂ ਵੀ ਕਰੀਏ, ਜਿਵੇਂ ਸਾਰੀ ਦੂਜੀ ਇੰਡਸਟਰੀ ਦੀ ਐਗਰੀਕਲਚਰ ਨਾਲ ਸੰਬੰਧਿਤ। ਹੁਣ ਜਿਹੜੀ ਦੂਜੀ ਇੰਡਸਟਰੀ ਹੈ, ਅੱਜ ਜਿਹੜੀ ਇੰਡਸਟਰੀ ਹੈ, ਮੈਂ ਦੇਖ ਰਿਹਾ
ਜਿਹੜੇ ਰੈੱਡ ਜ਼ੋਨ ਬਣਾਏ ਜਾ ਰਹੇ ਨੇ ਪੰਜਾਬ ਦੇ ਵਿੱਚ, ਅਫਸਰ ਉੱਥੇ ਬੈਠੇ ਕਾਟੇ ਮਾਰੀ ਜਾਂਦੇ ਨੇ ਕਾਪਿਆਂ ਦੇ ਉੱਤੇ, ਇੱਧਰ ਨੂੰ ਬਣਾਤਾ ਰੈੱਡ ਜ਼ੋਨ। ਇਹ ਕੋਈ ਬੇਤੁਕੀਆਂ ਗੱਲਾਂ ਨੇ। ਮੈਂ ਸਮਝਦਾ ਜਿਹੜੇ ਸਾਡੇ ਨੀਤੀ ਘੜ 117 ਵਿਧਾਨ ਸਭਾ ਦੇ ਮੈਂਬਰ ਨੇ, ਵਿਧਾਨਕਾਰ ਨੇ, ਉਹਨਾਂ ਨੂੰ ਬੜੀ ਸੋਚ ਸਮਝ ਕੇ ਰੈੱਡ ਜ਼ੋਨ ਬਣਾਉਣਾ ਚਾਹੀਦਾ। ਰੈੱਡ ਜ਼ੋਨ 'ਚ ਕੀ ਹੁੰਦਾ? ਰੈੱਡ ਜ਼ੋਨ ਦੇ ਵਿੱਚ ਇੰਡਸਟਰੀ ਜਿਹੜੀ ਲੱਗਦੀ ਹੈ, ਉਹ ਇੰਡਸਟਰੀ ਜ਼ੋਨ ਸਾਨੂੰ ਬੜੇ ਸੋਚ ਸਮਝ ਕੇ ਬਣਾਉਣਾ ਚਾਹੀਦਾ। ਜਿੱਥੇ ਧਰਤੀ ਉਪਜਾਊ ਨਹੀਂ ਹੈਗੀ ਪੰਜਾਬ ਦੇ ਵਿੱਚ, ਧਰਤੀ ਦਿਨ ਪਰ ਦਿਨ ਘਟਦੀ ਜਾ ਰਹੀ ਹੈ, ਪਾਪੂਲੇਸ਼ਨ ਵੱਧਦੀ ਜਾ ਰਹੀ ਹੈ, ਜਿੱਥੇ ਧਰਤੀ ਉਪਜਾਊ ਨਹੀਂ ਹੈ ਉੱਥੇ ਪੰਜਾਬ ਦੇ ਵਿੱਚ ਇੰਡਸਟਰੀ ਲੱਗਣੀ ਚਾਹੀਦੀ ਹੈ। ਔਰ ਜਿਹੜੀ ਅੱਜ ਜਿੰਨੀ ਸਾਡੀ ਬਿਲਡਿੰਗਾਂ ਬਣ ਰਹੀਆਂ ਨੇ, ਇਹ ਬਿਲਡਿੰਗਾਂ ਵੱਲ ਵੀ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ। ਜਿੱਥੇ ਸਾਡੀ ਧਰਤੀ ਉਪਜਾਊ ਨਹੀਂ ਹੈ, ਸਾਨੂੰ ਸ਼ਹਿਰ ਉੱਥੇ ਵਸਾਉਣੇ ਚਾਹੀਦੇ ਨੇ, ਬਿਲਡਿੰਗਾਂ ਸਾਨੂੰ ਉੱਥੇ ਬਣਾਉਣੀਆਂ ਚਾਹੀਦੀਆਂ, ਨਾ ਕਿ ਜਿੱਥੇ ਸਾਡੀ ਪੈਦਾਵਾਰ ਹੁੰਦੀ ਹੈ, ਉਪਜਾਊ ਧਰਤੀ ਹੈ ਸਾਡੀ, ਉੱਥੇ ਅਸੀਂ ਬਿਲਡਿੰਗਾਂ ਬਣਾ ਰਹੇ ਹਾਂ, ਉੱਥੇ ਅਸੀਂ ਜਿਹੜੀ ਇੰਡਸਟਰੀ ਜ਼ੋਨ ਬਣਾ ਰਹੇ ਹਾਂ। ਇੰਡਸਟਰੀ ਜ਼ੋਨ ਉੱਥੇ ਬਣਾਉਣਾ ਚਾਹੀਦਾ ਜਿੱਥੇ ਬਿਲਕੁਲ ਪਾਣੀ ਦਾ ਲੈਵਲ ਡੂੰਘਾ, ਪਹਾੜ ਨੇ, ਉੱਚੀ ਨੀਵੀਂ ਧਰਤੀ ਹੈ, ਉੱਥੇ ਸਾਡੀ ਦੂਜੀਆਂ ਫਸਲਾਂ ਨਹੀਂ ਹੋ ਸਕਦੀਆਂ, ਉੱਥੇ ਸਾਨੂੰ ਜਿਹੜਾ ਇਹ ਇੰਡਸਟਰੀ ਨੂੰ ਲੈ ਕੇ ਜਾਣਾ ਚਾਹੀਦਾ। ਔਰ ਇੰਡਸਟਰੀ ਅੱਜ ਸਾਡੇ ਗੁਆਂਢੀ ਸੂਬਿਆਂ 'ਚ ਜਾ ਰਹੀ ਹੈ। ਅੱਜ ਦੇਖੋ ਹਿਮਾਚਲ 'ਚ ਇੰਡਸਟਰੀ ਜਾ ਰਹੀ ਹੈ, ਹਰਿਆਣੇ 'ਚ ਕਿੰਨੀ ਇੰਡਸਟਰੀ ਲੱਗ ਗਈ। ਹਰਿਆਣਾ ਜਿਹੜਾ ਸਾਡੇ ਤੋਂ 20 ਸਾਲ ਪਹਿਲਾਂ ਪਿੱਛੇ ਸੀ, ਅੱਜ ਹਰਿਆਣਾ ਸਾਡੇ ਤੋਂ ਕਿਤੇ ਜ਼ਿਆਦਾ ਮਾਲੀਆ ਇਕੱਠਾ ਕਰਕੇ ਸਾਡੇ ਤੋਂ ਅੱਗੇ ਨਿਕਲ ਗਿਆ। ਉਹਦਾ ਕਾਰਨ ਇਹ ਵੀ ਉਹ ਸਰਕਾਰਾਂ ਨੇ ਰਹਿਤਾਂ ਦਿੱਤੀਆਂ ਇੰਡਸਟਰੀ ਵਾਲਿਆਂ ਨੂੰ। ਅੱਜ ਜੇ ਕਿਸੇ ਨੇ ਪੰਜਾਬ ਦੇ ਵਿੱਚ ਇੰਡਸਟਰੀ ਲਾਉਣੀ ਹੈ, ਘੱਟੋ ਘੱਟ 2 ਸਾਲ ਉਹਨੂੰ NOC ਨਹੀਂ ਮਿਲਦੇ, ਔਰ ਫਾਈਲਾਂ ਦਫ਼ਤਰਾਂ ਦੇ ਵਿੱਚ ਪਰੇਸ਼ਾਨ ਹੁੰਦਾ ਫਿਰਦਾ ਅਗਲਾ। ਇਹ ਸਾਰੀ ਜਿਹੜਾ ਪ੍ਰੋਸੈਸ ਹੈ, ਇਹਨੂੰ ਸਰਲ ਕਰਨਾ ਪੈਣਾ, ਇਹਨੂੰ ਸੌਖਾ ਕਰਨਾ ਪੈਣਾ, NOCਆਂ ਘਟਾਉਣੀਆਂ ਪੈਣੀਆਂ ਨੇ। ਔਰ ਜੋ ਸਰਕਾਰ ਦੀ ਇੰਡਸਟਰੀ ਲਾਉਣ ਦੀ, ਉਹਨਾਂ ਨੂੰ ਚਾਹੇ ਟੈਕਸ 'ਚ ਰਿਬੇਟ ਦੇਵੇ, ਉਹ ਕਿਉਂਕਿ ਜਦ ਗਵਾਂਢੀ ਜਿਹੜੀ ਸਟੇਟ ਆ ਉਹਦੇ ਵਿੱਚ ਟੈਕਸ ਘੱਟ ਹੈ, ਜਦੋਂ ਉੱਥੇ ਸਾਰੀਆਂ ਉਹਨਾਂ ਨੂੰ ਸਹੂਲਤਾਂ ਮਿਲ ਰਹੀਆਂ ਨੇ, ਫਿਰ ਇੰਡਸਟਰੀ ਇੱਥੇ ਕਿਉਂ ਲਾਊਗਾ? ਔਰ ਜੋ ਇੱਥੇ ਅੱਜ ਗੈਂਗਵਾਰ ਚੱਲ ਰਿਹਾ, ਅੱਜ ਵਪਾਰੀ ਇੱਥੇ ਕਿਉਂ ਆਊਗਾ? ਇਹ ਗੱਲਾਂ ਸੋਚਣ ਵਾਲੀਆਂ ਨੇ। ਅੱਜ ਜੇ ਵਪਾਰੀ, ਜਿਹੜੇ ਬੰਦੇ ਕੋਲ ਪੈਸਾ ਹੈ, ਜਿਹੜਾ ਬਿਜ਼ਨਸਮੈਨ ਹੈ, ਉਹ ਕਦੇ ਝਗੜੇ 'ਚ ਨਹੀਂ ਵੜਦਾ। ਉਹ ਕਦੇ ਵੀ ਜਿੱਥੇ ਗੋਲੀ ਚੱਲਦੀ ਹੈ, ਜਿੱਥੇ ਗੋਲੀ ਨਾਲ ਲੋਕਾਂ ਦੀ ਜਾਨ ਲਈ ਜਾਂਦੀ ਆ, ਉੱਥੇ ਆ ਕੇ ਕਦੇ ਵਪਾਰ ਨਹੀਂ ਕਰਦਾ। ਸਰਕਾਰ ਨੂੰ ਇਹ ਗੱਲਾਂ ਸੋਚਣੀਆਂ ਪੈਣੀਆਂ ਨੇ ਵੀ ਜਿਹੜੀ ਇੰਡਸਟਰੀ ਜੇ ਅਸੀਂ ਇੱਥੇ ਲੈ ਕੇ ਦੇਣੀ ਆ, ਲੋਕਾਂ ਨੂੰ ਜੇ ਰੁਜ਼ਗਾਰ ਦੇਣਾ, ਤਾਂ ਸਾਨੂੰ ਇੰਡਸਟਰੀ ਨੂੰ ਉਸ ਅੱਖ ਨਾਲ ਦੇਖਣਾ ਪੈਣਾ ਜਿਵੇਂ ਦੂਜੇ ਸਟੇਟਾਂ ਦੇ ਵਿੱਚ ਇੰਡਸਟਰੀ ਆ। ਔਰ ਦੂਜੀ ਗੱਲ, ਅੱਜ ਸ਼ਰਾਬ ਦੀ ਜਗ੍ਹਾ ਜਿਹੜਾ ਮਾਲੀਆ, ਮੈਂ ਸਮਝਦਾ ਪੈਟਰੋਲ ਡੀਜ਼ਲ ਤੋਂ ਬੜੇ ਵੱਡੇ ਪੱਧਰ 'ਤੇ ਮਾਲੀਆ ਇਕੱਠਾ ਹੁੰਦਾ ਸਰਕਾਰਾਂ ਨੂੰ, ਚਾਹੇ ਕੇਂਦਰ ਦੀ ਸਰਕਾਰ ਆ, ਚਾਹੇ ਸਟੇਟ ਦੀ ਸਰਕਾਰ ਹੈ। ਪਰ ਤੁਸੀਂ ਚੰਡੀਗੜ੍ਹ ਚਲੇ ਜਾਓ, ਸਾਡੇ ਨਾਲੋਂ ਡੀਜ਼ਲ ਸਸਤਾ, ਡੀਜ਼ਲ ਪੈਟਰੋਲ ਸਸਤਾ। ਹਰਿਆਣੇ 'ਚ, ਹਿਮਾਚਲ ਚਲੇ ਜਾਓ, ਸਾਡੇ ਨਾਲੋਂ ਸਸਤਾ। ਹਰਿਆਣੇ 'ਚ ਸਾਡੇ ਨਾਲੋਂ ਸਸਤਾ। ਜੇ ਸਾਡੇ ਨਾਲੋਂ ਉਹਨਾਂ ਸਟੇਟਾਂ ਦੇ ਵਿੱਚ ਜਦ ਵੈਟ ਘਟਾ ਕੇ ਡੀਜ਼ਲ ਪੈਟਰੋਲ ਸਸਤਾ ਹੋ ਸਕਦਾ, ਤਾਂ ਸਰਕਾਰ ਕਿਉਂ ਨਹੀਂ ਉਹਨਾਂ ਦੇ ਬਰਾਬਰ ਲੈ ਕੇ ਆਉਂਦੀ? ਪੰਜਾਬ ਸਰਕਾਰ ਨੂੰ ਉਹਨਾਂ ਦੇ ਬਰਾਬਰ ਰੱਖਣਾ ਚਾਹੀਦਾ ਰੇਟ ਆਪਣਾ, ਤਾਂ ਕਿ ਜਿਹੜਾ ਜਿੱਧਰ ਨੂੰ ਲੋਕਾਂ ਨੂੰ ਚੀਜ਼ ਸਸਤੀ ਮਿਲਣੀ ਆ, ਲੋਕਾਂ ਨੇ ਘੱਟੋ ਘੱਟ ਨਾਲ ਦੇ ਜਿਹੜੇ ਜ਼ਿਲ੍ਹੇ ਪੈਂਦੇ ਨੇ ਸਾਡੇ, ਉਹਨਾਂ ਨੇ ਜਾ ਕੇ ਉੱਥੋਂ ਤੇਲ ਲੈ ਕੇ ਆਉਣਾ। ਉਹ ਮਾਲੀਆ ਸਾਡਾ ਉਹ ਦੂਜੇ ਸਟੇਟਾਂ 'ਚ ਜਾ ਰਿਹਾ। ਸੋ ਇਸ ਕਰਕੇ ਇਹ ਕੁੱਲ ਮਿਲਾ ਕੇ ਸਰਕਾਰ ਨੂੰ ਜਿਹੜਾ ਸ਼ਰਾਬ ਦੀ ਨੀਤੀ ਜਿਹੜੀ ਬਣਾਈ ਹੈ, ਸ਼ਰਾਬ ਦੀ ਨੀਤੀ ਨਾਲ ਮੈਂ ਸਮਝਦਾ ਮਾਲੀਆ ਨਹੀਂ ਹੈ ਇਸ ਤਰੀਕੇ ਨਾਲ ਇਕੱਠਾ ਹੋ ਸਕਦਾ। ਇਹ ਤਾਂ ਬਲਕਿ ਸਾਡੇ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੈ। ਪੰਜਾਬ ਦੇ ਲੋਕਾਂ ਨੂੰ ਸਰਕਾਰ ਨਸ਼ੇ 'ਚ ਡੁੱਬਣਾ ਚਾਹੁੰਦੀ ਹੈ। ਸਰਕਾਰ ਨੇ ਜੇ ਆਪਣੇ ਮਾਲੀਆ ਵਧਾਉਣਾ, ਤਾਂ ਅਸੀਂ ਜਿਹੜੀਆਂ ਮੈਂ ਤੁਹਾਡੇ ਨਾਲ ਇਹ ਗੱਲਾਂ ਕੀਤੀਆਂ ਨੇ, ਇਸ ਤਰੀਕੇ ਨਾਲ ਜਿਹੜੇ ਮਾਲੀਆ ਇਕੱਠਾ ਕਰਕੇ ਬੜੇ ਵੱਡੇ ਪੱਧਰ 'ਤੇ ਜਿਹੜਾ ਮਾਲੀਆ ਇਕੱਠਾ ਕੀਤਾ ਜਾ ਸਕਦਾ। ਮੈਂ ਇਹ ਗੱਲ ਨਾਲ ਦਾਅਵਾ ਕਰਦਾ ਇਹ ਗੱਲ ਦਾ ਵੀ ਸਰਕਾਰ ਨੂੰ ਜਿੰਨਾ ਸਰਕਾਰ ਨੇ ਇਸ ਇਕੱਲੀ ਸ਼ਰਾਬ ਤੋਂ ਮਾਲੀਆ ਸਰਕਾਰ ਇਕੱਠੀ ਕਰ ਰਹੀ ਹੈ, ਲੈ ਜਿਹੜੀਆਂ ਮੈਂ ਤੁਹਾਨੂੰ 5-7 ਗੱਲਾਂ ਇਹ ਗਿਣਾਈਆਂ ਨੇ, ਇਹ ਗੱਲਾਂ ਤੇ ਅਮਲ ਕਰ ਲਵੇ ਸਰਕਾਰ, 5 ਸਾਲਾਂ ਦੇ ਵਿੱਚ ਇਹਦੇ ਨਾਲ 10 ਗੁਣਾ ਜ਼ਿਆਦਾ ਮਾਲੀਆ ਇਕੱਠਾ ਹੋ ਸਕਦਾ। ਭੁੱਟਾ ਸਾਹਿਬ, ਤੁਹਾਡਾ ਧੰਨਵਾਦ। ਸਰਕਾਰ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ। ਜਿਵੇਂ ਭੁੱਟਾ ਜੀ ਨੇ ਦੱਸਿਆ ਕਿ ਮਾਲੀਆ ਇਕੱਠਾ ਕਰਨ ਦੇ ਹੋਰ ਵੀ ਬੜੇ ਵਸੀਲੇ ਨੇ, ਪਰ ਹੁਣ ਰਾਣੀ ਨੂੰ ਕੌਣ ਆਖੇ ਵੀ ਅੱਗਾ ਢੱਕ, ਕਿਉਂਕਿ ਸਰਕਾਰਾਂ ਨੇ ਸਾਧਨ ਨੇ ਸਾਰੇ, ਬਦਮਾਸ਼ੀ ਵੀ ਕਰ ਸਕਦੇ ਨੇ, ਜ਼ੋਰ ਜ਼ਬਰਦਸਤੀ ਕਿਸੇ ਦੀ ਆਵਾਜ਼ ਵੀ ਦੱਬ ਸਕਦੇ ਨੇ। ਇਹ ਨਹੀਂ ਆਪਾਂ ਕਹਿੰਦੇ ਕਿ ਭਗਵੰਤ ਮਾਨ ਦੀ ਸਰਕਾਰ ਇੱਦਾਂ ਕਰਦੀ, ਸਾਰੀਆਂ ਸਰਕਾਰਾਂ ਹੀ ਟਾਈਮ ਟੂ ਟਾਈਮ ਇੱਦਾਂ ਕਰਦੀਆਂ ਆ ਰਹੀਆਂ ਨੇ। ਲੇਕਿਨ ਹੁਣ ਇੱਕ ਮਜ਼ਾਕ ਵੀ ਬਣ ਰਿਹਾ ਪੰਜਾਬ ਸਰਕਾਰ ਦਾ, ਕਿਉਂਕਿ ਮਾਨ ਸਾਹਿਬ ਦੇ ਉੱਪਰ ਵੀ ਇਲਜ਼ਾਮ ਲੱਗਦਾ ਰਿਹਾ ਕਿ ਉਹ ਸ਼ਰਾਬ ਦੇ ਸ਼ੌਕੀਨ ਰਹੇ ਨੇ। ਹਾਲਾਂਕਿ ਉਹਨਾਂ ਨੇ ਅਨਾਊਂਸ ਕੀਤਾ ਸੀ ਇੱਕ ਪਬਲਿਕਲੀ ਵਿੱਚ ਵੀ ਸ਼ਰਾਬ ਉਹ ਛੱਡ ਰਹੇ ਨੇ। ਕੇਜਰੀਵਾਲ ਸਾਹਿਬ ਵੀ ਉੱਥੇ ਮੌਜੂਦ ਸੀ। ਹੁਣ ਜੇ ਬੇਅਦਬੀ ਦੀ ਗੱਲ ਹੋਊਗੀ ਤਾਂ ਸੁਖਬੀਰ ਸਿੰਘ ਬਾਦਲ 'ਤੇ ਹੀ ਇਲਜ਼ਾਮ ਲੱਗੂਗਾ। ਹਾਲਾਂਕਿ ਇਲਜ਼ਾਮ ਸੱਚਾ ਜਾਂ ਝੂਠਾ ਉਹਦੇ ਵਿੱਚ ਅਸੀਂ ਨਹੀਂ ਜਾਂਦੇ। ਅਤੇ ਜੇ ਕੋਈ ਸ਼ਰਾਬ ਦੀ ਗੱਲ ਆਊਗੀ ਤਾਂ ਭਗਵੰਤ ਮਾਨ ਸਾਹਿਬ ਦੀ ਗੱਲ ਆਉਂਦੀ ਹੈ। ਜੇ ਕੋਈ ਹੋਰ ਕਰੈਕਟਰ ਦੀ ਗੱਲ ਆ ਜਾਂਦੀ ਹੈ ਤਾਂ ਉੱਥੇ ਅਮਰਿੰਦਰ ਸਿੰਘ ਦਾ ਹੀ ਨਾਮ ਲੱਗ ਜਾਂਦਾ। ਅਮਰਿੰਦਰ ਸਿੰਘ ਬਾਰੇ ਕੋਈ ਬੇਅਦਬੀ ਦੀ ਗੱਲ ਨਹੀਂ ਕਰਦਾ, ਬਰਗਾੜੀ ਦੀ ਗੱਲ ਨਹੀਂ ਕਰਦਾ। ਭਗਵੰਤ ਮਾਨ ਬਾਰੇ ਕੋਈ ਬਰਗਾੜੀ ਦੀ ਗੱਲ ਨਹੀਂ ਕਰਦਾ। ਬਰਗਾੜੀ ਦੀ ਗੱਲ ਅਕਾਲੀ ਦਲ ਨਾਲ ਜੁੜੀ ਆ। ਸੋ ਇਹ ਚੀਜ਼ਾਂ
ਮਾਨ ਸਾਹਿਬ ਦੇ ਨਾਲ ਜੁੜ ਰਹੀਆਂ ਨੇ ਤੇ ਮਾਨ ਸਾਹਿਬ ਨੂੰ ਚਾਹੀਦਾ ਕਿ ਜੇ ਇਸ ਤਰੀਕੇ ਨਾਲ ਸਸਤੀ ਹੁੰਦੀ ਹੈ ਤਾਂ ਇਸ ਦਾ ਇੱਕ ਮਾਰੂ ਅਸਰ ਇਹ ਪੈਣਾ ਵੀ ਲੋਕ, ਜਿਵੇਂ ਮੈਂ ਪਹਿਲਾਂ ਗੱਲ ਕਰ ਚੁੱਕਾ, ਕਿ ਲੋਕਾਂ ਦੀ ਸਿਹਤ ਖਰਾਬ ਹੋਏਗੀ, ਕਿਉਂਕਿ ਸ਼ਰਾਬ ਜਿਹੜੀ ਹੈ ਲੀਵਰ ਵਾਸਤੇ ਬਹੁਤ ਹੀ ਜ਼ਿਆਦਾ ਡੈਮੇਜਿੰਗ ਆ, ਦਿਮਾਗ ਵਾਸਤੇ ਬਹੁਤ ਜ਼ਿਆਦਾ ਡੈਮੇਜਿੰਗ ਆ ਔਰ ਰਿਸ਼ਤਿਆਂ ਨੂੰ ਖਰਾਬ ਕਰਨ ਵਾਸਤੇ ਬਹੁਤ ਜ਼ਿਆਦਾ ਡੈਮੇਜਿੰਗ ਆ। ਅਤੇ ਭੁੱਟਾ ਸਾਹਿਬ ਨੇ ਇੱਕ ਗੱਲ ਨਵੀਂ ਜੋੜ ਦਿੱਤੀ ਕਿ ਐਕਸੀਡੈਂਟ ਵਧਣਗੇ। ਸ਼ਰਾਬ ਦੇ ਨਾਲ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ, ਲੋਕ ਲਾਪਰਵਾਹ ਹੋ ਗਏ, ਕਿਉਂਕਿ ਜਦੋਂ ਦਿਮਾਗ 'ਤੇ ਕੰਟਰੋਲ ਹੀ ਨਹੀਂ ਰਹਿਣਾ, ਨਰਵਸ ਸਿਸਟਮ ਤੁਹਾਡਾ ਕਾਬੂ 'ਚ ਨਹੀਂ ਰਹਿਣਾ। ਕਿਉਂਕਿ ਅਕਸਰ ਹੀ ਦੇਖਿਆ ਹੁੰਦਾ ਕਿ ਬੰਦਾ ਪੀਂਦਾ ਕਈ ਵਾਰੀ ਰੋਟੀ ਪਾਣੀ ਖਾਣ ਦੀ ਸੁੱਧ ਨਹੀਂ ਰਹਿੰਦੀ, ਬੰਦਾ ਵੈਸੇ ਡਿੱਗ ਪੈਂਦਾ ਆ। ਤਾਂ ਜਦੋਂ ਗੱਡੀਆਂ ਲੈ ਕੇ, ਮੋਟਰਸਾਈਕਲਾਂ ਲੈ ਕੇ ਲੋਕ ਸੜਕਾਂ 'ਤੇ ਨਿਕਲਣਗੇ ਤਾਂ ਉਹ ਆਪਣੇ ਨਾਲ ਹੋਰ ਲੋਕਾਂ ਦੀ ਜਾਨ ਵੀ ਖਤਰੇ ਵਿੱਚ ਪਾਉਣਗੇ। ਇਸ ਚੀਜ਼ ਦਾ ਵੀ ਖਿਆਲ ਨੀਤੀ ਘਾੜਿਆਂ ਨੂੰ ਰੱਖਣਾ ਚਾਹੀਦਾ ਸੀ ਕਿ ਲੋਕਾਂ ਦੀ ਜਾਨ ਜਿਹੜੀ ਆ ਉਹ ਅਜਾਈਂ ਨਹੀਂ ਜਾਣੀ ਚਾਹੀਦੀ। ਜੇ ਕੋਈ ਮੰਨ ਲਓ ਕਿਸੇ ਦੀ ਜਾਨ ਨਹੀਂ ਵੀ ਜਾਂਦੀ, ਉਹ ਬੰਦਾ ਕਈ ਵਾਰੀ ਸਾਰੀ ਉਮਰ ਲਈ ਅਪਾਹਜ ਹੋ ਸਕਦਾ, ਆਪਣੇ ਪਰਿਵਾਰ ਦੇ ਉੱਪਰ ਲੱਖਾਂ ਰੁਪਏ ਦਾ ਬੋਝ ਪਾ ਸਕਦਾ ਆ। ਜੇ ਕਿਸੇ ਨੂੰ ਵੈਸੇ ਸੱਟ ਪਿੱਟ ਲੱਗੇ ਰੋਡ ਐਕਸੀਡੈਂਟ ਦੇ ਵਿੱਚ ਤਾਂ ਉਹਦੀ ਗੱਡੀ ਵੀ ਜਾਊਗੀ, ਉਹਦਾ ਫਿਜ਼ੀਕਲੀ ਨੁਕਸਾਨ ਵੀ ਹੋ ਰਿਹਾ। ਤਾਂ ਇਸ ਪਾਸੇ ਨੂੰ ਵੀ ਸਰਕਾਰ ਦੇਖੇ, ਇਕੱਲਾ ਨਿਰਾ ਪੂਰਾ ਮਾਲੀਆ ਇਕੱਠਾ ਕਰਕੇ ਤੁਸੀਂ ਨਹੀਂ ਕਰ ਸਕਦੇ। ਜਿਵੇਂ ਭੁੱਟਾ ਜੀ ਨੇ ਗੱਲਾਂ ਦੱਸੀਆਂ ਕਿ ਸਰਕਾਰ ਐਸੇ ਪ੍ਰਬੰਧ ਕਰਕੇ ਆਪਣੇ ਖਰਚੇ ਵੀ ਘਟਾ ਸਕਦੀ, ਜਿਹਦੇ ਨਾਲ ਸਰਕਾਰ ਨੂੰ ਮਾਲੀਏ ਦੀ ਲੋੜ ਨਾ ਹੀ ਜ਼ਿਆਦਾ ਪਵੇ, ਬਹੁਤ ਸਾਰੇ ਖਰਚੇ ਵੀ ਘਟਾ ਸਕਦੀ। ਸਰਕਾਰ ਆਪਣੇ ਸਾਰੇ ਪ੍ਰਬੰਧਾਂ ਦੀ ਨਵੇਂ ਸਿਰੋਂ ਇੱਕ ਸਮੀਖਣ ਕਰਕੇ ਸਾਰਾ ਵੀ ਉਹਨਾਂ ਨੂੰ ਦੇਖੇ ਵੀ ਕਿੱਥੋਂ ਕੀ ਖਰਚੇ ਘਟਾਏ ਜਾ ਸਕਦੇ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਜਾਇਜ਼ ਹੀ ਚੱਲਦੀਆਂ ਹੋ ਸਕਦੀਆਂ ਨੇ। ਸੋ ਸਰਕਾਰ ਉਹਨਾਂ ਵੱਲ ਵੀ ਧਿਆਨ ਦੇ ਕੇ ਬੜੇ ਖਰਚੇ ਘਟਾਏ ਜਾ ਸਕਦੇ। ਬਹੁਤ ਸਾਰੀਆਂ ਚੀਜ਼ਾਂ ਸਰਕਾਰ ਕੋਲ ਵੇਸਟ ਪਈਆਂ ਨੇ, ਜਿਵੇਂ ਜ਼ਮੀਨਾਂ ਦੀ ਗੱਲ ਕੀਤੀ, ਤਾਂ ਉਹ ਜ਼ਮੀਨਾਂ ਨੂੰ ਕੰਮ ਦੇ ਵਿੱਚ ਲਿਆ ਕੇ ਸਰਕਾਰ ਆਪਣਾ ਮਾਲੀਆ ਵਧਾ ਸਕਦੀ ਆ। ਇਹ ਜਿਹੜੀਆਂ ਚੀਜ਼ਾਂ ਸੀ ਸਰਕਾਰ ਨੂੰ ਸੋਚਣਾ ਚਾਹੀਦਾ ਸੀ ਕਿ ਸ਼ਰਾਬ ਸਸਤੀ ਕਰਕੇ ਤੁਸੀਂ ਲੋਕਾਂ ਦੀ ਰਿਸ਼ਤਿਆਂ ਦੇ ਵਿੱਚ ਫਰਕ ਪਾਉਣਾ ਆ, ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣਾ ਆ, ਸਿਹਤ ਨੂੰ ਖਤਰੇ ਦੇ ਵਿੱਚ ਪਾਉਣਾ, ਕਿਉਂਕਿ ਸਿਹਤ ਸਹੂਲਤਾਂ ਤੁਹਾਡੇ ਕੋਲ ਪਹਿਲਾਂ ਹੀ ਉਨੀਆਂ ਵਧੀਆ ਨਹੀਂ ਹੈਗੀਆਂ। ਪ੍ਰਾਈਵੇਟ ਸਹੂਲਤਾਂ ਤਾਂ ਚਲੋ ਮਿਲਦੀਆਂ ਨੇ, ਲੇਕਿਨ ਸਰਕਾਰੀ ਸਹੂਲਤਾਂ ਨਹੀਂ ਮਿਲਦੀਆਂ। ਜੇ ਗਰੀਬ ਬੰਦਾ ਸ਼ਰਾਬ ਪੀ ਕੇ ਬਿਮਾਰ ਹੋਏਗਾ ਤਾਂ ਉਹ ਇਲਾਜ ਕਿੱਥੋਂ ਕਰਾਏਗਾ? ਤੁਹਾਡੇ ਕੋਲ ਇੰਨੀਆਂ ਸਹੂਲਤਾਂ ਨਹੀਂ ਹੈਗੀਆਂ। ਤੁਹਾਡੇ ਹਸਪਤਾਲਾਂ ਦੇ ਵਿੱਚ ਬੇਸਿਕ ਸਹੂਲਤਾਂ ਨੂੰ ਵੀ ਬਹੁਤ ਥਾਵਾਂ 'ਤੇ ਰੌਲੇ ਪੈ ਚੁੱਕੇ ਨੇ, ਲੋਕਾਂ ਨੇ ਵੱਖ-ਵੱਖ ਥਾਵਾਂ 'ਤੇ ਸ਼ਿਕਾਇਤਾਂ ਦਰਜ ਕਰਾਈਆਂ ਨੇ। ਸੋ ਇਹ ਚੀਜ਼ਾਂ ਨੂੰ ਸਰਕਾਰ ਨਵੇਂ ਸਿਰਿਓਂ ਦੇਖੇ ਵੀ ਉਹਨਾਂ ਨੇ ਪਾਲਿਸੀਆਂ ਬਣਾਉਣ ਲੱਗੇ ਕਿੱਥੇ ਕੀ ਕੁਤਾਹੀਆਂ ਕੀਤੀਆਂ ਔਰ ਕਿਹੜੇ ਨੈਗੇਟਿਵ ਪੱਖ ਹੋ ਸਕਦੇ ਨੇ ਸੀ, ਉਹਨਾਂ ਨੈਗੇਟਿਵ ਪੱਖਾਂ ਨੂੰ ਵੀ ਸਰਕਾਰ ਵਿਚਾਰੇ, ਤਾਂ ਕਿ ਇੱਕ ਜਿਹੜੇ ਸੋਹਣੇ ਸਮਾਜ ਦੀ ਕਲਪਨਾ ਮਾਨ ਸਾਹਿਬ ਕਰਦੇ ਹੁੰਦੇ ਸੀ ਕੈਲੀਫੋਰਨੀਆ ਬਣਾਉਣ ਦੀਆਂ, ਜਾਂ ਹੋਰ ਸੁਖਬੀਰ ਬਾਦਲ ਹੋਣੀ, ਸਾਰੇ ਪੋਲੀਟੀਸ਼ੀਅਨਾਂ ਨੂੰ ਇਹ ਇੱਕ ਸਵਾਲ ਵੀ ਹੈ, ਰਾਜਨੀਤਿਕ ਲੋਕਾਂ ਨੂੰ, ਵੀ ਤੁਸੀਂ ਪਾਲਿਸੀਆਂ ਸਮਾਜ ਦੇ ਹਿੱਤਾਂ ਵਾਸਤੇ ਬਣਾਓ, ਨਾ ਕਿ ਇਕੱਲਾ ਤੁਸੀਂ ਪੈਸੇ ਦੀ ਖਾਤਰ ਤੇ ਵਨ ਸਾਈਡਡ ਹੋ ਕੇ ਫੈਸਲੇ ਲਿਆ ਕਰੋ। ਸੋ ਭੁੱਲ ਚੁੱਕ ਦੀ ਖਿਮਾ, ਜੇ ਕੋਈ ਗੱਲ ਗਲਤ ਨਿਕਲੀ ਹੋਵੇ ਉਹਦੀ ਅਸੀਂ ਪਹਿਲੇ ਮਾफ़ੀ ਮੰਗਦੇ ਹਾਂ। ਸਾਨੂੰ ਦਿਓ ਇਜਾਜ਼ਤ। ਧੰਨਵਾਦ।